ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਹੁਣ ਲਗਾਤਾਰ 4-5 ਦਿਨ ਤੋਂ ਇੰਨੀ ਗਰਮਜੋਸ਼ੀ ਨਾਲ ਲੋਕਾਂ ਨਾਲ ਮੇਲ ਮਿਲਾਪ ਕਰ ਰਹੇ ਨੇ ਕਿ ਅੰਕੜਾ ਜਿਹੜਾ 62-15 ਦਾ ਬਣ ਚੁੱਕਿਆ। ਸਿੱਧੂ ਸਾਹਿਬ ਜੋ ਕੁਝ ਬਣੇ ਨੇ ਜੀ ਉਹ ਆਪਣੇ ਸਿਰ ਦੇ ਉੱਤੇ ਨਹੀਂ ਬਣੇ, ਨਾ ਉਹਨਾਂ ਦੇ ਪਿੱਛੇ ਹੈਗੇ ਆ। ਬਾਕੀ ਜਦੋਂ ਤੁਸੀਂ ਪ੍ਰਧਾਨ ਸਿੱਧੂ ਸਾਹਿਬ ਦੀ ਥਾਂ ਤੁਸੀਂ ਹੋਰ ਨੂੰ ਪ੍ਰਧਾਨ ਬਣਾ ਦਿਓ, ਆਹੀ ਜਿਹੜੇ ਅੱਜ ਕੱਲ ਗੱਲ ਚੱਲੀ ਵੀ ਜੀ ਉਹ 62 ਐਮਐਲਏ ਉਹਨਾਂ ਦੇ ਅੰਮ੍ਰਿਤਸਰ ਨਿਵਾਸ ਸਥਾਨ ਤੇ ਪਹੁੰਚੇ, ਇਹੀ 62 ਉੱਧਰ ਚਲੇ ਜਾਣ। ਇਹ ਗੱਲ ਸਮਝਣੀ ਚਾਹੀਦੀ ਹੈਗੀ ਹੈ। ਜਿਵੇਂ ਪਹਿਲਾਂ ਅਰਜ਼ ਕੀਤਾ ਸੀਗਾ ਕਿ ਭਾਈ ਇਹਨਾਂ ਨੂੰ ਲਿਆਂਦਾ ਗਿਆ ਹਾਈ ਕਮਾਂਡ, ਇਹ ਹਾਈ ਕਮਾਂਡ ਸਿਰਫ ਤਿੰਨ ਬੰਦੇ ਆ ਦੀ ਗਾਂਧੀ ਪਰਿਵਾਰ, ਹੋਰ ਕੋਈ ਹਾਈ ਕਮਾਂਡ ਨਹੀਂ। ਗਾਂਧੀ ਪਰਿਵਾਰ ਜਿਹੜਾ ਹੈਗਾ ਉਹਦੀ ਲੀਡਰਸ਼ਿਪ ਇੰਨੀ ਕਮਜ਼ੋਰ ਹੁੰਦੀ ਜਾ ਰਹੀ ਹੈ ਦਿਨ ਬ ਦਿਨ। ਉਹਦਾ ਕਾਰਨ ਇਹ ਹੈਗਾ ਕਿ ਉਹ ਆਪਣੇ ਫਰੰਟ ਤੋਂ ਲੀਡ ਨਹੀਂ ਕਰ ਸਕਦੇ। ਰਾਹੁਲ ਗਾਂਧੀ ਜੀ 2019 ਚ ਆਪਣੇ ਪਰਿਵਾਰ ਦੀ ਜਿਹੜੀ ਪੁਸ਼ਤੈਨੀ ਸੀਟ ਉਹ ਨਹੀਂ ਬਚਾ ਸਕੇ, ਅਮੇਠੀ ਤੋਂ ਹਾਰ ਗਏ। ਹੁਣ ਤੁਸੀਂ ਦੱਸੋ ਕਿ ਬਈ ਕੋਈ ਨੈਤਿਕ ਕੋਈ ਬਲ, ਕੋਈ ਨੈਤਿਕ ਜਿਹੜਾ ਇੱਕ ਤਾਕਤ ਰਹਿ ਜਾਂਦੀ ਹੈ ਇਹੋ ਜਿਹੇ ਲੀਡਰ ਜਿਹੜਾ ਆਪ ਹੀ ਲੀਡਰ ਹਾਰ ਗਏ। ਜੀ ਕਾਰਗੁਜ਼ਾਰੀ ਤੇ ਆਈਏ ਤੇ ਪਿਛਲੇ 4.5 ਸਾਲ ਦੇ ਵਿੱਚੋਂ ਕਾਰਗੁਜ਼ਾਰੀ ਦੇ ਆਧਾਰ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਭਾਵੇਂ ਸਿੱਧੂ ਸਾਹਿਬ ਨੇ ਆਪਦੀ ਸਰਕਾਰ ਨੂੰ ਘੇਰਿਆ। ਸਿੱਧੂ ਸਾਹਿਬ ਕਹਿੰਦੇ ਜੀ ਬੇਅਦਬੀ ਹੋਈ ਹੈ, ਬਿਲਕੁਲ ਠੀਕ ਹੈ, ਹੋਈ ਹੈ। ਤੇ ਹੁਣ ਜੇ ਸਿੱਧੂ ਸਾਹਿਬ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਸਭ ਤੋਂ ਵੱਡਾ ਸਿੱਖ ਹੈਗਾ, ਤਾਂ ਫਿਰ ਇਹ ਵੀ ਗੱਲ ਦੇਖਣੀ ਪਊਗੀ ਕਿ ਸਿੱਧੂ ਸਾਹਿਬ ਦੀਆਂ ਸਾਰੀਆਂ ਵੀਡੀਓਜ਼ ਪਬਲਿਕ ਡੋਮੇਨ 'ਚ ਹੈ ਕਿ ਜਦੋਂ ਰਾਧੇ ਮਾਂ, ਆਸਾਰਾਮ ਬਾਪੂ ਜੀ, ਰਾਮ ਰਹੀਮ ਜੀ ਇਹ ਜਿਹੜੀਆਂ ਆਈਆਂ ਹੋਈਆਂ ਉੱਥੇ ਗਏ ਨੇ, ਮੇਰਾ ਖਿਆਲ ਹੈ ਵੀ ਹੁਣ ਲੋਕ ਉਹ ਵੀ ਤਾਂ ਦੇਖ ਹੀ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਨੇ, ਉਹ ਮਾਫੀ ਵਾਲੀ ਚੀਜ਼ ਦੇ ਉੱਤੇ ਅੜੇ ਹੋਏ ਆ। ਹੁਣ ਜਿਹੜੇ ਉਹ 62 ਹੈਗੇ ਉਹਨਾਂ ਵਿੱਚੋਂ ਬਹੁਤ ਸਾਰੇ ਬਿਆਨ ਦੇਈ ਜਾਂਦੇ ਵੀ ਮਾਫੀ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ, ਸਿੱਧੂ ਨੇ ਇਹੋ ਜਿਹਾ ਕਰ ਕੀ ਦਿੱਤਾ। ਸਿੱਧੂ ਸਾਹਿਬ ਵਰਗਾ ਜਦੋਂ ਕੈਂਡੀਡੇਟ ਹੋਵੇ ਜਿਹਨੂੰ ਡਾਇਰੈਕਟ ਥਾਪੜਾ ਹੋਵੇ, ਜਿਹੜਾ ਕਿ ਉੱਥੋਂ ਦੀ ਉਹ ਚੁਆਇਸ ਹੋਵੇ ਹਾਈ ਕਮਾਂਡ ਦੀ ਪਰਸਨਲ, ਉੱਥੇ ਤਾਂ ਉਹਨਾਂ ਦਾ ਤਾਂ ਫਿਰ ਰੁਤਬਾ ਹੋਰ ਵੀ ਵੱਧ ਜਾਂਦਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਸੀਗੇ ਵੀ ਸੋਨੀਆ ਗਾਂਧੀ ਦੇ ਉਹ ਹਮੇਸ਼ਾ ਫੇਵਰੇਟ ਰਹੇ ਆ ਕਿਉਂਕਿ ਗਾਂਧੀ ਪਰਿਵਾਰ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ, ਜਾਂ ਔਰ ਦੂਜੇ ਪਾਸੇ ਰਾਹੁਲ ਔਰ ਪ੍ਰਿਯੰਕਾ ਦੇ ਨਾਲ ਜੇ ਦੇਖਿਆ ਜਾਵੇ ਨਵਜੋਤ ਸਿੰਘ ਸਿੱਧੂ ਦੀਆਂ ਨਜ਼ਦੀਕੀਆਂ। ਤਾਂ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਭਵਿੱਖ ਕੀ ਦਿਖਦਾ? ਕੋਈ ਮੰਨ ਲਓ ਇੱਕ ਇਹੋ ਜਿਹੀ ਪ੍ਰਸਥਿਤੀ ਆਉਂਦੀ ਹੈਗੀ ਹੈ ਕਿ ਅਚਾਨਕ ਕੈਪਟਨ ਸਾਹਿਬ ਜਿਹੜੇ ਹੈਗੇ ਆ, ਇਹ ਥੋੜਾ ਜਿਹਾ ਲੱਗਦਾ ਹੈ ਕਿ ਵੀ ਇਹਨਾਂ ਦਾ ਇਹ ਉੱਠਣ ਵਾਲੀ ਪੋਜੀਸ਼ਨ 'ਚ ਸਟਰੋਂਗ ਹੋਏ ਹੈਗੇ ਨੇ, ਉਹ ਕਈ ਰੁੜ ਕੇ ਉੱਧਰ ਚਲੇ ਜਾਣ। ਗਾਂਧੀ ਪਰਿਵਾਰ ਦੀ ਹਾਈ ਕਮਾਂਡ ਇੰਨੀ ਕਲੀਅਰ ਸੀ ਜੀ, ਉਹਨਾਂ ਨੂੰ ਇੰਨੀ ਕਲੈਰਿਟੀ ਸੀ ਕਿ ਅਸੀਂ ਕੀ ਕਰਨਾ ਚਾਹੀਦਾ। ਤਾਂ ਸਿੱਧੂ ਸਾਹਿਬ ਹੈਗੇ ਨੇ, ਐਮਐਲਏ ਤਾਂ ਹੈਗੇ ਨੇ, ਫਿਰ ਇਹਨਾਂ ਨੂੰ ਮੁੱਖ ਮੰਤਰੀ ਥਾਪਣ 'ਚ ਕੀ ਆ, 62 ਐਮਐਲਏ ਇਹਨਾਂ ਦੇ ਨਾਲ ਨੇ, ਉਧਰੋਂ ਇਸ਼ਾਰਾ ਹੋਣਾ ਸੀ ਤੇ ਫਿਰ ਮੁੱਖ ਮੰਤਰੀ ਬਣਾ ਦੇ, ਕਹਾਣੀ ਖਤਮ। ਯਾਰ ਕੀ ਰੌਲਾ ਪਾਇਆ ਹੋਇਆ। ਸਭ ਕਹਿ ਰਹੇ ਹੈ ਕਿ ਅਸਲ ਦੇ ਵਿੱਚ ਬਾਦਲ ਹੀ ਰਾਜ ਕਰ ਰਹੇ ਨੇ, ਸਿਰਫ ਸਾਹਮਣੇ ਕੁਰਸੀ ਤੇ ਬੈਠੇ ਕੈਪਟਨ ਸਾਹਿਬ ਦਿਖ ਰਹੇ ਨੇ। ਸੋ ਕਾਰਗੁਜ਼ਾਰੀ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ 2022 ਦੇ ਵਿੱਚ ਲੋਕ ਇਹਨਾਂ ਨੂੰ ਮੌਕਾ ਦੇਣਗੇ, ਜਾਂ ਜਿੰਨਾ ਗੁੱਸਾ ਬੀਜੇਪੀ ਦੇ ਲਈ ਉਹਨਾਂ ਗੁੱਸਾ ਦਿਖ ਰਿਹਾ ਪੰਜਾਬ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਇਹਨਾਂ ਦੇ ਲਈ? ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਹੁਣ ਦੀ ਸਿਆਸਤ ਦੀ ਜੇ ਗੱਲ ਕਰੀਏ, ਹਾਲਾਂਕਿ ਚੋਣਾਂ ਜਿਹੜੀਆਂ ਸਿਰ ਤੇ ਆਈਆਂ ਹੋਈਆਂ, ਪਰ ਕੁਝ ਦਿਨ ਪਹਿਲਾਂ ਤੱਕ ਕਾਂਗਰਸ ਨੇ ਇਸ ਲਈ ਆਪਣਾ ਧਿਆਨ ਖਿੱਚੀ ਰੱਖਿਆ ਕਿਉਂਕਿ ਕਰੋਨਾ ਮਹਾਮਾਰੀ ਦੇ ਦੌਰਾਨ ਹਾਲਾਤ ਬੇਹੱਦ ਵਿਗੜੇ, ਪ੍ਰਬੰਧ ਕੋਈ ਕੀਤਾ ਹੋਇਆ ਨਹੀਂ ਸੀ ਕਾਂਗਰਸ ਨੇ। ਉਸ ਤੋਂ ਬਾਅਦ ਫਿਰ ਤੋਂ ਕਾਂਗਰਸ ਚਰਚਾ ਦੇ ਵਿੱਚ ਰਹਿੰਦੀ ਆ, ਇਸ ਲਈ ਨਹੀਂ ਕਿ ਸਾਰੇ ਪ੍ਰਬੰਧਾਂ ਨੂੰ ਉਹਨਾਂ ਨੇ ਸਮੇਟ ਲਿਆ ਔਰ ਲੋਕਾਂ ਨੂੰ ਸੰਤੁਸ਼ਟ ਕਰ ਦਿੱਤਾ, ਇਸ ਲਈ ਕਿਉਂਕਿ ਆਪਸੀ ਖਾਨਾ ਜੰਗੀ ਜਿਹੜੀ ਆ ਬੰਦ ਹੋਣ ਦਾ ਨਾਮ ਨਹੀਂ ਸੀ ਲੈਂਦੀ। ਵਿਰੋਧੀ ਪਾਰਟੀਆਂ ਦੀ ਲੋੜ ਹੀ ਨਹੀਂ ਸੀ ਪਈ ਕਿਉਂਕਿ ਦੋ ਧੜੇ ਜਿਹੜੇ ਕਾਂਗਰਸ ਦੇ ਵਿੱਚ ਹੀ ਬਣ ਗਏ ਸੀ। ਹੁਣ ਜਿਹੜੇ ਹਾਈ ਕਮਾਂਡ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਲ ਕਰਨ ਦੀ ਸਾਰਾ ਸਿਸਟਮ ਕੋਸ਼ਿਸ਼ ਕੀਤੀ ਹੈ, ਤੇ ਜਿਹਦੇ ਵਿੱਚ ਕਹਿ ਸਕਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਬਹੁਤ ਸਾਰੀਆਂ ਮੰਗਾਂ, ਬਹੁਤ ਸਾਰੀਆਂ ਨਾਰਾਜ਼ਗੀਆਂ ਨੂੰ ਦਰਕਿਨਾਰ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਤੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਹੁਣ ਲਗਾਤਾਰ 4-5 ਦਿਨ ਤੋਂ ਇੰਨੀ ਗਰਮਜੋਸ਼ੀ ਨਾਲ ਲੋਕਾਂ ਨਾਲ ਮੇਲ ਮਿਲਾਪ ਕਰ ਰਹੇ ਨੇ ਕਿ ਅੰਕੜਾ ਜਿਹੜਾ 62-15 ਦਾ ਬਣ ਚੁੱਕਿਆ। ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਸਿੱਧੂ ਇਸ ਵੇਲੇ ਕਿਸ ਤਰੀਕੇ ਨਾਲ ਕੰਮ ਕਰ ਰਹੇ ਆ, ਉਹਨਾਂ ਦੇ ਟਵੀਟ, ਬੇਅਦਬੀ ਮਾਮਲਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਜੀ ਮੌਜੂਦ ਨੇ। ਉਹਨਾਂ ਦੇ ਤਜਰਬੇ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਕਿ ਇਸ ਵੇਲੇ ਕਾਂਗਰਸ ਕਿਸ ਸਿਚੁਏਸ਼ਨ ਦੇ ਵਿੱਚ ਆ ਤੇ ਜਿਸ ਤਰੀਕੇ ਨਾਲ ਹਾਈ ਕਮਾਂਡ ਨੇ ਸਾਰਾ ਮਾਮਲਾ ਸਾਂਭਣ ਦੀ ਕੋਸ਼ਿਸ਼ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਕੋਈ ਚਮਤਕਾਰ ਕਰ ਸਕੂ ਜਾਂ ਨਹੀਂ, ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਰਾਜੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ। ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ 62-15 ਦਿਨ ਤੋਂ ਇੰਨੀ ਗਰਮਜੋਸ਼ੀ ਨਾਲ ਲੋਕਾਂ ਨਾਲ ਮੇਲ ਮਿਲਾਪ ਕਰ ਰਹੇ ਨੇ, ਸਿਰਫ ਸਾਹਮਣੇ ਕੁਰਸੀ ਤੇ ਬੈਠੇ ਕੈਪਟਨ ਸਾਹਿਬ ਦਿਖ ਰਹੇ ਨੇ,
ਬਹੁਤ ਬਹੁਤ ਧੰਨਵਾਦ ਜੀ ਰਮਨ ਜੀ। ਸਰ ਪਹਿਲਾਂ ਤਾਂ ਇਸੇ ਚੀਜ਼ ਤੇ ਆ ਜਾਂਦੇ ਆ ਕਿ ਮੈਂ ਭੂਮਿਕਾ ਬੰਨ੍ਹ ਹੀ ਦਿੱਤੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਨੂੰ ਲੈ ਕੇ ਪਹਿਲਾਂ ਨਵਜੋਤ ਸਿੰਘ ਸਿੱਧੂ ਚੁੱਪ ਰਹਿੰਦੇ ਆ, ਹਾਲਾਂਕਿ ਜਦੋਂ ਸੱਤਾ ਦੇ ਵਿੱਚ ਆਉਂਦੀ ਆ ਕਾਂਗਰਸ ਉਹਨਾਂ ਨੂੰ ਅਹੁਦਾ ਦਿੱਤਾ ਜਾਂਦਾ, ਉਹ ਅਹੁਦਾ ਸੰਭਾਲਦੇ ਨਹੀਂ ਆ ਤੇ ਉਸ ਤੋਂ ਬਾਅਦ ਉਹਦੇ ਤੇ ਅਸਤੀਫਾ ਦੇ ਦਿੰਦੇ, ਫਿਰ ਚੁੱਪ ਬੈਠਦੇ ਆ। ਹੁਣ ਐਂਡ ਤੇ ਆ ਕੇ ਜਦੋਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਸੀ ਤੇ ਹਾਲਤ ਪਤਲੀ ਕਰਕੇ ਰੱਖ ਦਿੱਤੀ ਸੀ ਉਹਨਾਂ ਦੇ ਟਵੀਟਸ ਨੇ। ਪਹਿਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਕੈਪਟਨ 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 ਉਹ ਜ਼ਿੰਮੇਵਾਰ ਆ, ਫਿਰ ਸਡਨਲੀ ਕੋਈ ਘੁਰਕੀ ਆਉਂਦੀ ਆ ਦਿੱਲੀ ਤੋਂ ਤੇ ਫਿਰ ਉਹ ਟਵੀਟ ਸੇਮ ਰਹਿੰਦਾ, ਮੁੱਦਾ ਸੇਮ ਰਹਿੰਦਾ, ਫਿਰ ਸੁਖਬੀਰ ਬਾਦਲ ਦੇ ਉੱਤੇ ਸਾਕ ਸਿੱਟ ਦਿੱਤੀ ਜਾਂਦੀ ਆ। ਪਹਿਲਾਂ ਤਾਂ ਇਹਦੇ ਬਾਰੇ ਚਾਨਣਾ ਪਾਓ ਕਿ ਇਹ ਸਡਨਲੀ ਚੇਂਜ ਕਿਉਂ, ਸਿਰਫ ਅਹੁਦੇ ਲਈ ਜਾਂ ਵਾਕਈ ਫਿਕਰ ਹੈ ਬੇਅਦਬੀ ਮਾਮਲੇ ਨੂੰ ਲੈ ਕੇ? ਰਮਨ, ਇਸ ਸਾਰੇ ਮਸਲੇ ਦੇ ਉੱਤੇ ਥੋੜਾ ਜਿਹਾ ਬੈਕਗ੍ਰਾਉਂਡ ਤੁਸੀਂ ਜੇ ਜਾਓਗੇ ਤਾਂ ਉਹਦੇ ਨਾਲ ਇੱਕ ਪ੍ਰਪੇਖ ਬਣੇਗਾ, ਇੱਕ ਪਰਸਪੈਕਟਿਵ ਬਣੇਗਾ, ਜਿਹਦੇ ਨਾਲ ਤੁਹਾਨੂੰ ਸਾਨੂੰ ਵੀ, ਮੈਂ ਵੀ ਇਸੇ ਨੂੰ ਉਸੇ ਪ੍ਰਪੇਖ 'ਚ ਰੱਖ ਕੇ ਸਮਝਣ ਦੀ, ਇਤਿਹਾਸਕ ਪ੍ਰਪੇਖ ਦੇ ਵਿੱਚ, ਹਿਸਟੋਰੀਕਲ ਪਰਸਪੈਕਟਿਵ 'ਚ ਰੱਖ ਕੇ ਆ ਵੀ ਇਹ ਸ਼ੁਰੂ ਕਿੱਥੋਂ ਹੋਇਆ। ਇਹ ਗੱਲ ਸ਼ੁਰੂ ਹੁੰਦੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਵਿੱਚ ਐਂਟਰੀ ਕੁਝ ਮਹੀਨੇ ਪਹਿਲਾਂ 2017, ਠੀਕ ਹੈ ਜੀ। ਜੀ ਤੁਸੀਂ ਦੇਖੋ ਤਾਂ ਉਸ ਵੇਲੇ ਬੜੀ ਹੈਰਾਨੀ ਸੀ, ਅਸੀਂ ਰਿਪੋਰਟ ਵੀ ਕੀਤਾ ਕਿ ਅਟਕਲਾਂ ਲੱਗ ਰਹੀਆਂ ਸੀਗੀਆਂ। ਤਾਂ ਜਦੋਂ ਇਹਨਾਂ ਦੀ ਐਂਟਰੀ ਹੋਈ ਰਸਮੀ ਤੌਰ ਦੇ ਉੱਤੇ ਤਾਂ ਉਸ ਵੇਲੇ ਸਿਰਫ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਮੌਜੂਦ ਸੀ ਉਹਨਾਂ ਦੇ ਘਰ। ਉਸ ਵੇਲੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਜਾਂ ਪੰਜਾਬ ਕੋਈ ਵੀ ਪੰਜਾਬ ਦਾ ਅਹੁਦੇਦਾਰ, ਜਿਵੇਂ ਆਸ਼ਾ ਕੁਮਾਰੀ ਉਸ ਵੇਲੇ ਇੰਚਾਰਜ ਸੀਗੇ, ਜਾਂ ਹੋਰ ਵੀ ਕੋਈ ਕੈਪਟਨ ਅਮਰਿੰਦਰ ਸਿੰਘ, ਕੋਈ ਨਹੀਂ ਸੀ ਮੌਜੂਦ ਹੋ ਜੀ। ਉਹ ਥੋੜਾ ਜਿਹਾ ਉਹ ਤਾਂ ਹੋਇਆ ਸੀਗਾ ਵੀ ਸਿੱਧੂ ਸਾਹਿਬ ਕੌਣ ਇਹਨਾਂ ਨੂੰ ਲੈ ਕੇ ਆ ਰਹੇ ਆ। ਹੁਣ ਜੋ ਕੁਝ ਘਟਨਾਕ੍ਰਮ ਜਿਹੜਾ ਵਾਪਰਿਆ ਉਹਦੇ 'ਚ ਬੜਾ ਕਲੀਅਰ ਹੋ ਗਿਆ। ਇੱਕ ਬੜੀ ਗੱਲ ਸਮਝਣ ਵਾਲੀ ਹੈਗੀ ਹੈ ਕਿ ਮੈਂ ਤਾਂ ਬਹੁਤ ਸਾਰੇ ਪੋਲੀਟੀਕਲ ਲੀਡਰਸ ਤੋਂ, ਆਪਣੇ ਪੱਤਰਕਾਰ ਦੋਸਤਾਂ ਤੋਂ ਵੀ ਪੁੱਛਿਆ ਵੀ ਕਦੀ ਕਿਸੇ ਨੇ ਕੋਈ ਇੱਕ ਸਟੇਟਮੈਂਟ ਕਿਸੇ ਵੀ, ਕੋਈ ਕਾਂਗਰਸੀ ਸਰਪੰਚ ਹੋਵੇ, ਕੋਈ ਕਾਉਂਸਲਰ ਹੋਵੇ, ਕੋਈ ਜ਼ਿਲ੍ਹਾ ਪ੍ਰਧਾਨ ਹੋਵੇ, ਜਾਂ ਕੋਈ ਹੋਰ ਅਹੁਦੇਦਾਰ, ਕੋਈ ਸਿਟਿੰਗ MLA ਜਾਂ ਸਾਬਕਾ MLA ਜਾਂ ਅੱਜ ਤੱਕ ਕਿਸੇ ਨੇ ਵੀ ਕੋਈ ਇਹੋ ਜਿਹੀ ਪਬਲਿਕਲੀ ਸਟੇਟਮੈਂਟ ਨਹੀਂ ਜਿਹਦੇ 'ਚ ਉਹਨਾਂ ਨੇ ਡਿਮਾਂਡ ਕੀਤੀ ਹੋਵੇ ਕਿ ਸਿੱਧੂ ਸਾਹਿਬ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਜੀ ਇੱਕ ਵੀ ਸਟੇਟਮੈਂਟ ਨਹੀਂ ਆਈ, ਮਿਲੇਗੀ ਤੁਹਾਨੂੰ। ਇਹਦਾ ਮਤਲਬ ਇਹ ਹੈਗਾ ਕਿ ਥੱਲਿਓਂ ਤਾਂ ਡਿਮਾਂਡ ਹੀ ਕੋਈ ਨਹੀਂ ਸੀ ਕਿ ਵੀ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ। ਪਰ ਇਸ ਦੇ ਬਾਵਜੂਦ ਜੇ ਬਣਾਇਆ ਗਿਆ ਤਾਂ ਕਿਹਨਾਂ ਨੇ ਬਣਾਇਆ? ਹਾਈ ਕਮਾਂਡ ਨੇ। ਬਿਲਕੁਲ ਸਹੀ। ਹਾਈ ਕਮਾਂਡ ਜਿਹੜੀ ਹੈਗੀ ਹੈ, ਜੇ ਹਾਈ ਕਮਾਂਡ ਨੇ ਲੋਕਾਂ ਦੀ ਜਿਹੜੀ ਕਾਂਗਰਸ ਦੀ ਰੈਂਕ ਐਂਡ ਫਾਈਲ ਜਿਹੜੀ ਹੈਗੀ ਹੈ ਉਹਨਾਂ ਦੀ ਕੋਈ ਡਿਮਾਂਡ ਨਹੀਂ, ਉਹਨਾਂ ਨੇ ਉਹਨੂੰ ਥੋਪਿਆ ਹੈਗਾ, ਤੇ ਇਹਦਾ ਮਤਲਬ ਹੈ ਵੀ ਉਹਦੇ 'ਚ ਹਾਈ ਕਮਾਂਡ ਦਾ ਕੋਈ ਆਪਣਾ ਨਿੱਜੀ ਰਾਜਨੀਤਿਕ ਮਫਾਦ ਹੈ। ਜੀ ਬਿਲਕੁਲ। ਇਸ ਕਰਕੇ ਉਹਨਾਂ ਨੇ ਇਸ ਕਰਕੇ ਸਿੱਧੂ ਦੀ ਹੋਈ ਹੈ। ਔਰ ਤੁਸੀਂ ਇੱਕ ਹੋਰ ਚੀਜ਼ ਦੇਖੋ, ਇਹ ਗੱਲ ਇੱਥੋਂ ਵੀ ਜ਼ਾਹਿਰ ਹੁੰਦੀ ਹੈ ਕਿ ਹਾਈ ਕਮਾਂਡ ਜਿਹਨੂੰ ਅਸੀਂ ਕਹਿੰਦੇ, ਹਾਈ ਕਮਾਂਡ ਦਾ ਮਤਲਬ ਇੱਥੇ ਹੈਗਾ ਸੋਨੀਆ ਗਾਂਧੀ, ਰਾਹੁਲ ਗਾਂਧੀ ਐਂਡ ਪ੍ਰਿਯੰਕਾ ਗਾਂਧੀ। ਬੜਾ ਸਪਸ਼ਟ ਹੋ ਜਾਣਾ ਚਾਹੀਦਾ ਸਾਨੂੰ ਇਸ ਮਾਮਲੇ 'ਚ। ਹਾਈ ਕਮਾਂਡ ਇੱਕ ਗਾਂਧੀ ਪਰਿਵਾਰ ਹੈਗਾ, ਠੀਕ ਹੈ ਜੀ। ਤੁਸੀਂ ਦੇਖੋ ਕਿ ਜਦੋਂ ਦਾ ਸਿੱਧੂ ਸਾਹਿਬ ਨੇ ਟਵੀਟਸ ਜਿਹੜੀਆਂ ਸ਼ੁਰੂ ਕੀ, ਅੱਛਾ ਫਿਰ ਦੇਖੋ ਕਿ ਸਿੱਧੂ ਸਾਹਿਬ ਨੇ ਜਿਹੜਾ ਮੋਰਚਾ ਖੋਲਿਆ ਕੈਪਟਨ ਅਮਰਿੰਦਰ ਦੇ ਖਿਲਾਫ, ਉਹ ਵਰਚੁਅਲੀ ਖੋਲਿਆ ਜੀ, ਟਵੀਟਸ ਦੇ ਜ਼ਰੀਏ ਖੋਲਿਆ, ਗਰਾਊਂਡ ਤੇ ਨਹੀਂ ਖੋਲਿਆ। ਕੋਈ ਉਹਨਾਂ ਦੇ ਕੋਲ ਬੰਦਾ ਨਹੀਂ, ਕੋਈ ਪਿੱਛੇ ਨਹੀਂ, ਕੋਈ ਜਦੋਂ ਵੀ ਨਾਰਾਜ਼ ਹੋਏ ਨੇ ਇਕੱਲੇ ਘਰੇ ਬਹਿ ਗਏ, ਤੇ ਉਹਨਾਂ ਦੇ ਘਰੇ ਵੀ ਕੋਈ ਨਹੀਂ ਮਨਾਉਣ ਗਿਆ। ਜਿਹੜੇ ਅੱਜ ਕੱਲ ਜਿਹੜੇ ਜਿੱਦਣ ਦਾ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ, ਉਸ ਦਿਨ ਦੇ ਜਿੰਨੇ ਵੀ MLA, ਜਿੰਨੇ ਵੀ ਪ੍ਰਧਾਨ ਇਹਨਾਂ ਦੇ ਹਾਰ ਪਾ ਰਹੇ ਨੇ ਜਾ ਕੇ, ਇਹਨਾਂ ਦੀ ਚੌਂਕੀ ਭਰ ਰਹੇ ਨੇ। ਜਿੱਦਣ 2 ਦਿਨ ਪਹਿਲਾਂ ਜਿੱਦਣ ਵੀ ਇਹਨਾਂ ਦਾ ਹੋਇਆ ਸੀਗਾ, ਇਹਨਾਂ ਨੂੰ ਪ੍ਰਧਾਨ ਬਣਨ ਦਾ ਐਲਾਨ ਕੀਤਾ ਰਸਮੀ, ਉਸ ਵੇਲੇ ਤੱਕ ਤਾਂ ਕੋਈ ਇਹਨਾਂ ਦੇ ਨਾਲ ਹੀ ਨਹੀਂ ਸੀਗਾ। ਬਿਲਕੁਲ ਸਹੀ। ਇਹ ਫਿਰ ਜੇ ਅਚਾਨਕ ਆ ਗਏ, ਇਹ ਤਾਂ ਚੱਲਣ ਹੈ। ਸਮਾਜ ਦੇ ਵਿੱਚ ਵੀ ਆਏ ਹੁੰਦਾ, ਚੜ੍ਹਦੇ ਸੂਰਜ ਨੂੰ ਸਲਾਮ ਹੈ, ਜਦੋਂ ਪਾਵਰ ਹੋਵੇ ਉਹ ਸਾਰੇ ਇੱਧਰ ਆ ਗਏ, ਫਿਰ 62-15 ਦਾ ਅੰਕੜਾ ਬਣ ਜਾਂਦਾ। ਹਾਂ ਅੱਛਾ, ਉਹ ਹੁਣ ਉਹ ਅਲੱਗਾ ਗੱਲ ਹੈ, ਉਹ ਆਪਾਂ ਬਾਅਦ ਵਿੱਚ ਕਰਦੇ ਹੈਗੇ, ਪਰ ਉਸ ਸਾਰੀਆਂ ਜੁੜੀਆਂ ਹੋਈਆਂ। ਮੈਂ ਤੁਹਾਨੂੰ ਇੱਕ ਸਿਰਫ ਇੱਕ ਹਿਸਟੋਰੀਕਲ ਪਰਸਪੈਕਟਿਵ ਕਿ ਜਦੋਂ ਦੇ ਸਿੱਧੂ ਸਾਹਿਬ ਆਏ ਨੇ। ਅੱਛਾ ਫਿਰ ਦੇਖੋ ਕਿ ਜਦੋਂ ਦਾ ਇਹਨਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਮੋਰਚਾ ਖੋਲਿਆ, ਟਵੀਟਸ ਕੀਤੀਆਂ, ਇੱਥੋਂ ਤੱਕ ਵੀ ਉਹਨਾਂ ਨੇ ਲਾਇਰ, ਝੂਠਾ ਤੱਕ ਕਿਹਾ ਉਹਨਾਂ ਨੇ। ਬਿਲਕੁਲ ਸਹੀ। ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਕਾਂਗਰਸ ਹਾਈ ਕਮਾਂਡ ਕੀ ਕਰ ਰਹੀ ਹੈ। ਕੀ ਇਹ ਅਨੁਸ਼ਾਸਨੀ ਕਾਰਵਾਈ ਨਹੀਂ ਬਣਦੀ? ਇੱਕ ਬੰਦਾ ਜਿਹੜਾ ਹੈ ਓਪਨਲੀ ਆਪਣੀ ਸਰਕਾਰ ਨੂੰ ਨਿੰਦ ਰਿਹਾ ਹੈ, ਆਪਣੇ ਉਹਨੂੰ ਕਰ ਰਿਹਾ ਹੈਗਾ, ਤਾਂ ਪਾਰਟੀ ਦਾ ਜਿਹੜਾ ਜ਼ਾਬਤਾ ਹੁੰਦਾ ਨਾ, ਮੇਰਾ ਖਿਆਲ ਹੈ ਕਿ ਸਿੱਧੂ ਸਾਹਿਬ ਇਸ ਕਰਕੇ ਨਹੀਂ ਸੀ ਮੰਨ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ
ਕਿ ਮੇਰੀ ਪਿੱਠ ਦੇ ਪਿੱਛੇ ਹਾਈ ਕਮਾਂਡ ਯਾਨੀ ਕਿ ਗਾਂਧੀ ਪਰਿਵਾਰ ਹੈ, ਮੇਰੇ ਖਿਲਾਫ ਐਕਸ਼ਨ ਕੋਈ ਨਹੀਂ ਹੋਣਾ। ਜੀ 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 ਸੋ ਇਹ ਸਾਰੀਆਂ ਚੀਜ਼ਾਂ ਇਸ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਿੱਧੂ ਸਾਹਿਬ ਜੋ ਕੁਝ ਬਣੇ ਨੇ ਜੀ ਉਹ ਆਪਣੇ ਸਿਰ ਦੇ ਉੱਤੇ ਨਹੀਂ ਬਣੇ, ਨਾ ਉਹਨਾਂ ਦੇ ਪਿੱਛੇ ਹੈਗੇ ਆ। ਬਾਕੀ ਜਦੋਂ ਤੁਸੀਂ ਪ੍ਰਧਾਨ ਸਿੱਧੂ ਸਾਹਿਬ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿਓ, ਉਹ ਆਹੀ ਜਿਹੜੇ ਅੱਜ ਕੱਲ ਗੱਲ ਚੱਲੀ ਵੀ ਜੀ, ਉਹ 62 ਐਮਐਲਏ ਉਹਨਾਂ ਦੇ ਅੰਮ੍ਰਿਤਸਰ ਨਿਵਾਸ ਸਥਾਨ ਤੇ ਪਹੁੰਚੇ, ਇਹੀ ਬਾਟ ਉਧਰ ਚਲੇ ਜਾਣ। ਠੀਕ ਹੈ, ਉਹ ਕੁੱਲ ਮਿਲਾ ਕੇ ਇਹ ਇੰਨੀ ਕੁ ਗੱਲ ਹੈਗੀ। ਠੀਕ ਹੈ ਜੀ, ਰਾਜੂ ਸਰ ਇਹ ਫਾਲਤੂ ਦੀਆਂ ਗੱਲਾਂ ਉਹ ਅਲੱਗ ਚੀਜ਼ ਹੈਗੀ ਆ। ਵੀ ਅਹੁਦੇ ਵੀ ਦਿੱਤੇ ਐਜ਼ ਅ ਕੈਬਨਿਟ ਮਿਨਿਸਟਰ, ਕੈਬਨਿਟ ਮੰਤਰੀ ਸੀਗੇ ਜੀ, ਤਾਂ ਬਈ ਤੁਸੀਂ ਪਰਫਾਰਮ ਤਾਂ ਕਰੋ ਨਾ, ਕੰਮ ਕਰਕੇ ਦਿਖਾਓ। ਇਹ ਥੋੜਾ ਹੈ ਕਿ ਨਿਆਣਿਆਂ ਵਾਂਗੂ ਮੈਨੂੰ ਭੱਜ ਜਮਾ। ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਪਰਫਾਰਮ ਨਹੀਂ ਕਰ ਪਾ ਰਹੇ। ਇੱਕ ਤੇ ਇਹ ਇਸ ਲੈਵਲ ਤੇ ਰਮਨ ਜੀ, ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਰਾਜਨੀਤਿਕ ਇਸ ਅਹੁਦੇ ਤੇ, ਉੱਥੇ ਤੁਹਾਡੇ ਕੋਲ ਇਹ ਬਹਾਨੇ ਬਾਜ਼ੀ ਨਹੀਂ ਹੁੰਦੀ ਜੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਹੀ ਤਾਂ ਹੈ ਤੁਹਾਡੀ ਫਿਰ ਉੱਤੇ ਯੋਗਤਾ, ਕਾਬਲੀਅਤ, ਕਿ ਜਦੋਂ ਤੁਹਾਡੇ ਮੂਹਰੇ ਔਕੜਾ ਹੈ, ਤੁਹਾਡੇ ਸਾਹਮਣੇ ਲੋਕ ਤੁਹਾਡੇ ਵਿਰੋਧੀ ਖੜੇ ਨੇ, ਉੱਥੇ ਕਿਵੇਂ ਕੰਮ। ਇਹ ਇੱਕ ਲੀਡਰ ਦੀ ਨਿਸ਼ਾਨੀ ਜੀ। ਗੱਲ ਹੈ ਵੀ ਹਜੇ ਸਿੱਧੂ ਸਾਹਿਬ ਹਜੇ ਦਿਖਾਉਣਾ ਪਊਗਾ ਵੀ ਮੈਂ ਲੀਡਰ ਹੈਗਾ। ਆਹ ਤਾਂ ਪਲੇਟ 'ਚ ਰੱਖ ਕੇ ਮਿਲ ਗਿਆ ਨਾ ਉਹਨਾਂ ਨੂੰ। ਜੀ ਜੀ ਰਾਜੂ ਜੀ, ਮੈਂ ਇਹ ਚੀਜ਼ ਜ਼ਰੂਰ ਸਮਝਣਾ ਚਾਹੁੰਦੀ ਹਾਂ, ਜੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ, ਆਪਣੀ ਸਰਕਾਰ ਦੇ ਉੱਤੇ ਕੁਐਸਚਨ ਮਾਰਕ ਖੜੇ ਕਰ ਦਿੱਤੇ, ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਕਿਹਾ ਕਿ ਅਨੁਸ਼ਾਸਨਹੀਨਤਾ ਜਿਹੜੀ ਉਹਨਾਂ ਨੇ ਦਿਖਾਈ ਹੈ ਨਾ, ਔਰ ਦੂਜੇ ਪਾਸੇ ਉਹ ਇੰਨੇ ਇੰਪੋਰਟੈਂਟ ਕਿਵੇਂ ਹੋ ਸਕਦੇ ਆ ਕਿ ਇੰਨੇ ਸਾਰੇ ਲੋਕਾਂ ਨੂੰ ਦਰਕਨਾਰ ਕਰਕੇ ਹਾਈ ਕਮਾਨ ਉਹਨਾਂ ਦਾ ਜਾਣਾ ਜਿਹੜਾ ਦੇਖ ਨਹੀਂ ਸਕਦੀ ਕਾਂਗਰਸ ਦੇ ਵਿੱਚੋਂ। ਔਰ ਇਸ ਤਰੀਕੇ ਨਾਲ ਕੀ ਲੱਗਦਾ ਕਿ ਇਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਕੋਈ ਹੱਥ ਹੋ ਸਕਦਾ, ਉਹਨਾਂ ਦੀ ਕੋਈ ਸਲਾਹ ਜਿਹੜੀ ਕੰਮ ਆਈ ਹੋਊਗੀ? ਇਹਦੇ 'ਚ ਨਾ ਇਹ ਗੱਲਾਂ ਅਟਕਲਾਂ ਹੈ ਪ੍ਰਸ਼ਾਂਤ ਕਿਸ਼ੋਰ ਨੇ। ਹਲੇ ਤੱਕ ਮੈਂ ਇੱਕ ਪੱਤਰਕਾਰ ਦੇ ਨਾਤੇ ਗੱਲ ਕਰ ਰਿਹਾ ਜੀ, ਕਿ ਸਾਡੇ ਸੋਸ਼ਲ ਮੀਡੀਆ ਤੇ ਹੋ ਰਿਹਾ ਤਾਂ ਜੀ ਪ੍ਰਸ਼ਾਂਤ ਕਿਸ਼ੋਰ ਕੋਈ ਤੁਹਾਨੂੰ ਹੈ ਕਿਸੇ ਨੇ ਕਿਹਾ ਵੀ ਪ੍ਰਸ਼ਾਂਤ ਕਿਸ਼ੋਰ ਨੇ ਖੁਦ ਆਪ ਆ ਕੇ ਕਿਹਾ ਹੋਵੇ ਮੈਂ ਆਹ ਕੀਤਾ ਸੀ, ਆਹ ਕਰਨ ਜਾ ਰਹੇ ਹਾਂ, ਜਾਂ ਹਾਈ ਕਮਾਂਡ ਜਿਹੜੀ ਹੈ ਜਾਂ ਕਿਸੇ ਵੀ ਸਿਰਕਰਦਾ ਲੀਡਰ ਨੇ ਕਿਹਾ ਹੋਵੇ ਜੀ ਸਾਡਾ ਆਹ ਪਲਾਨ। ਕਿਸੇ ਨੂੰ ਤਾਂ ਪਤਾ ਹੀ ਨਹੀਂ ਕੋਈ ਕਿ ਕਿਉਂ ਹੋ ਰਿਹਾ। ਪਰ ਮੈਂ ਤੁਹਾਨੂੰ ਦੱਸ ਦਿੰਦਾ, ਜੋ ਸਾਡੇ ਕੋਲੇ ਇਸ ਵੇਲੇ ਘਟਨਾਵਾਂ ਵਾਪਰੀਆਂ ਨੇ ਜੀ, ਪੱਤਰਕਾਰਤਾ ਦੇ ਵਿੱਚ ਨਾ ਟਾਈਮਿੰਗ ਜਿਹੜੀ ਹੁੰਦੀ ਨਾ, ਸਮਾਂ ਕਿਸੇ ਚੀਜ਼ ਦਾ, ਚਾਹੇ ਉਹ ਬਿਆਨ ਦੇਣ ਦਾ ਕਿਸੇ ਲੀਡਰ ਦਾ ਤੇ ਚਾਹੇ ਕੋਈ ਫੈਸਲਾ ਲੈਣ ਦਾ, ਉਹ ਬਹੁਤ ਮਹੱਤਵਪੂਰਨ ਹੁੰਦਾ। ਇਸ ਵੇਲੇ ਲਿਆ ਜਾਂਦਾ, ਅਸੀਂ ਉਸ ਟਾਈਮਿੰਗ ਦੇ ਮੁਤਾਬਕ ਜਿਹੜੀ ਹੈਗੀ ਔਰ ਉਸ ਵੇਲੇ ਦੀਆਂ ਪ੍ਰਸਥਿਤੀਆਂ ਜਿਹੜੀਆਂ ਹੈ, ਰਾਜਨੀਤਿਕ ਪ੍ਰਸਥਿਤੀਆਂ, ਉਹਦੇ ਮੁਤਾਬਕ ਅਸੀਂ ਇੱਕ ਅੰਕਲਨ ਕਰਦੇ, ਵਿਸ਼ਲੇਸ਼ਣ ਕਰਦੇ। ਠੀਕ ਹੈ ਜੀ, ਇਹ ਗੱਲ ਸਮਝਣੀ ਚਾਹੀਦੀ ਹੈਗੀ ਹੈ। ਜਿਵੇਂ ਪਹਿਲਾਂ ਅਰਜ਼ ਕੀਤਾ ਸੀਗਾ ਕਿ ਭਾਈ ਇਹਨਾਂ ਨੂੰ ਲਿਆਂਦਾ ਗਿਆ ਹਾਈ ਕਮਾਂਡ ਜੀ। ਠੀਕ ਹੈ ਜੀ, ਹੁਣ ਹਾਈ ਕਮਾਂਡ ਕਿਹੜੀ ਹੋਊਗੀ ਮੈਂ ਦੱਸ ਦਿੱਤਾ ਵੀ ਹਾਈ ਕਮਾਂਡ ਸਿਰਫ 3 ਬੰਦਿਆਂ ਦੀ, ਗਾਂਧੀ ਪਰਿਵਾਰ ਦੀ, ਹੋਰ ਕੋਈ ਹਾਈ ਕਮਾਂਡ ਨਹੀਂ ਹੈ। ਹਾਈ ਕਮਾਂਡ ਕਿਉਂ? ਬੜੀ ਹੈਰਾਨੀ ਹੁੰਦੀ ਲੋਕਾਂ ਨੂੰ। ਤੁਹਾਡੇ ਨਾਲ ਜਦੋਂ ਮੈਂ ਗੱਲ ਕਰ ਰਿਹਾ, ਇਸ ਤੋਂ ਪਹਿਲਾਂ ਪੱਤਰਕਾਰ ਹੋਣ ਦੇ ਨਾਤੇ ਬੜੇ ਮੈਨੂੰ ਫੋਨ ਆਉਂਦੇ, ਕਾਂਗਰਸ ਵੱਲੋਂ ਵੀ ਆਉਂਦੇ, ਦੂਜੀਆਂ ਪਾਰਟੀਆਂ ਦੇ ਵੀ, ਪੁੱਛਣਾ ਵੀ ਇਹ ਕਿਉਂ ਇਹਨੂੰ ਕਰ ਰਹੇ ਨੇ, ਪੁਸ਼ ਕਿਉਂ ਕਰ ਰਹੇ ਨੇ। ਤਾਂ ਇਹਦਾ ਜਿਹੜਾ ਮੈਨੂੰ ਜਾਪਦਾ ਹੈ ਉਹ ਇਹ ਹੈਗਾ, ਜਾਪਣ ਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਆਪਣੀ ਮਨ ਘੜਾਉਂਦੀ ਵੀ ਮੇਰੀ ਸੋਚ ਏਦਾਂ ਦੀ, ਮੈਂ ਜੋ ਤੱਥ ਹੈ ਉਹਦੇ ਬੇਸ ਦੇ ਉੱਤੇ ਗੱਲ ਕਰਦਾ। ਇਸ ਦਾ ਸਿੱਧਾ ਤਲਕ ਗਾਂਧੀ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਚੁੱਕਿਆ ਹੈਗਾ 2014 ਦੇ ਲੋਕ ਸਭਾ ਇਲੈਕਸ਼ਨਾਂ ਤੋਂ ਲੈ ਕੇ ਹੁਣ ਤੱਕ ਜੀ। ਹਾਈ ਕਮਾਂਡ ਜਿਹੜੀ ਗਾਂਧੀ ਪਰਿਵਾਰ ਜਿਹੜਾ ਹੈਗਾ, ਉਹਦੀ ਲੀਡਰਸ਼ਿਪ ਇੰਨੀ ਕਮਜ਼ੋਰ ਹੁੰਦੀ ਜਾ ਰਹੀ ਹੈ ਦਿਨ ਬ ਦਿਨ। ਉਹਦਾ ਕਾਰਨ ਇਹ ਹੈਗਾ ਕਿ ਉਹ ਫਰੰਟ ਤੋਂ ਲੀਡ ਨਹੀਂ ਕਰ ਸਕੇ। ਜਿਹੜਾ ਬੰਦਾ ਆਪਣੇ ਆਪ ਕਹਿੰਦਾ ਵੀ ਉਹ ਹੱਕਦਾਰ ਉਹੀ ਹੈਗਾ ਨਾ, ਜਿਹੜਾ ਜਰਨੈਲ ਹੈ। ਠੀਕ ਹੈ ਜੀ, ਹੁਣ ਜਰਨੈਲ ਰਾਹੁਲ ਗਾਂਧੀ ਜੀ, ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ ਪ੍ਰਧਾਨ ਮੰਤਰੀ ਦੇ, ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਉਭਾਰਿਆ। ਕਾਂਗਰਸ ਨੇ ਇਲੈਕਸ਼ਨ ਲੜਿਆ ਹੈ। ਉਹ ਰਾਹੁਲ ਗਾਂਧੀ ਜੀ 2019 ਚ ਆਪਣੇ ਪਰਿਵਾਰ ਦੀ ਜਿਹੜੀ ਪੁਸ਼ਤੈਨੀ ਸੀਟ ਉਹ ਨਹੀਂ ਬਚਾ ਸਕੇ, ਅਮੇਠੀ ਤੋਂ ਹਾਰ ਗਏ ਜੀ। ਹੁਣ ਤੁਸੀਂ ਦੱਸੋ ਕਿ ਬਈ ਕੋਈ ਨੈਤਿਕ, ਕੋਈ ਬਲ, ਕੋਈ ਨੈਤਿਕ ਜਿਹੜਾ ਇੱਕ ਤਾਕਤ ਰਹਿ ਜਾਂਦੀ ਹੈ ਇਹੋ ਜਿਹੇ ਲੀਡਰ, ਜਿਹੜਾ ਆਪ ਹੀ ਲੀਡਰ ਹਾਰ ਜਾਵੇ, ਉਹ ਦੂਜਿਆਂ ਦਾ ਕਿਵੇਂ ਪੁੱਛੂਗਾ ਭਾਈ ਤੁਸੀਂ ਕਿਉਂ ਹਾਰੇ। ਬਿਲਕੁਲ ਸਹੀ। ਔਰ ਇਹ ਚੀਜ਼ ਉੱਥੇ ਜਾ ਕੇ ਰਾਹੁਲ ਗਾਂਧੀ ਦੀ ਜਿਹੜੀ ਲੀਡਰਸ਼ਿਪ ਹੈ, ਇਹਦੇ ਵੱਲ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਹੈ ਵੀ ਇਹ ਕਿਉਂ ਹੋ ਰਿਹਾ। ਮੈਂ ਹੁਣ ਇਹ ਬਿਠਾਉਂਗਾ ਇਹਦੇ ਵਿੱਚ ਤਾਲਮੇਲ ਕਿ ਵੀ ਸਿੱਧੂ ਨੂੰ ਕਿਉਂ ਪ੍ਰੋਜੈਕਟ ਕਰ ਰਹੇ ਨੇ, ਸਿੱਧੂ ਦੇ ਪਿੱਛੇ ਕਿਉਂ ਨੇ ਨਵਜੋਤ ਸਿੰਘ।
ਜੀ। ਹੁਣ ਰਾਹੁਲ ਗਾਂਧੀ ਜਿਹੜੇ ਹੈਗੇ ਆ ਉਹਨਾਂ ਬਾਰੇ ਆਮ ਗੱਲ ਇਹ ਹੈਗੀ ਹੈ ਕਿ ਵੀ ਉਹ ਪ੍ਰਾਈਮ ਮਿਨਿਸਟਰ ਮੋਦੀ ਦੇ ਮੁਕਾਬਲੇ ਦੇ ਉੱਤੇ ਉਹਨਾਂ ਦਾ ਇੱਕ ਕੱਦ ਬੜਾ ਹੋਣਾ ਹੈਗਾ। ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੀ ਚੁਣਾਵੀ ਜਿਹੜੀ ਰਾਜਨੀਤੀ ਹੁੰਦੀ ਹੈ ਨਾ, ਉਹਦੇ ਵਿੱਚ ਕਿਸੇ ਲੀਡਰ ਦੇ ਮਕਬੂਲ ਹੋਣ ਦਾ ਇੱਕ ਪਹਿਲਾ ਜਿਹੜਾ ਗੁਣ ਹੁੰਦਾ ਹੈ ਉਹ ਹੁੰਦਾ ਹੈਗਾ ਉਹਦਾ ਬਹੁਤ ਵਧੀਆ ਬੁਲਾਰਾ ਹੋਣਾ। ਬਿਲਕੁਲ ਸਹੀ। ਉਹ ਜੇ ਬੁਲਾਰਾ ਹੋਊਗਾ ਤਾਂ ਉਹ ਕਨੈਕਟ ਕਰੂਗਾ। ਕਿਉਂਕਿ ਸਾਡਾ ਜਿਹੜਾ ਹੁਣ ਟ੍ਰੈਡੀਸ਼ਨਲ ਜਿਹੜਾ ਹੈਗਾ ਚੋਣਾਂ ਦੇ ਵਿੱਚ ਉਹ ਹੈਗਾ ਕਿ ਰੈਲੀਆਂ ਕੀਤੀਆਂ ਜਾਂਦੀਆਂ ਤੇ ਲੋਕਾਂ ਨੂੰ ਸੰਬੋਧਨ, ਰੈਲੀ ਦੇ ਸਾਈਜ਼ ਵੀ ਮੈਟਰ ਕਰਦਾ ਹੈਗਾ, ਪਰ ਇੰਨਾ ਨਹੀਂ ਮੈਟਰ ਕਰਦਾ ਹੈਗਾ, ਉਹ ਵੱਖਰੀ ਸਟੋਰੀ ਹੈ। ਲੇਕਿਨ ਅੱਜ ਕੱਲ ਚਲੋ ਹੁਣ ਸੋਸ਼ਲ ਮੀਡੀਆ ਦੇ ਥਰੂ ਵੀ ਤੁਸੀਂ ਲੋਕਾਂ ਦੇ ਨਾਲ ਕਨੈਕਟੀਵਿਟੀ ਕਰਦੇ, ਲੇਕਿਨ ਰਾਹੁਲ ਗਾਂਧੀ ਤਾਂ ਮਤਲਬ ਵੀ ਉਹਨਾਂ ਦਾ ਉਹ ਗੁਣ ਜਿਹੜੇ ਨਹੀਂ ਸੀਗੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਕੋਲੇ ਸੀ। ਰਾਹੁਲ ਗਾਂਧੀ ਕੋਲੇ ਭਾਸ਼ਾ ਨਹੀਂ ਹੈਗੀ, ਰਾਹੁਲ ਗਾਂਧੀ ਕੋਲੇ ਉਹ ਮੁਹਾਵਰਾ ਨਹੀਂ ਹੈਗਾ, ਰਾਹੁਲ ਗਾਂਧੀ ਕੋਲੇ ਉਸ ਤਰੀਕੇ ਦੀ ਕੋਈ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਸਤਹੀ ਤੌਰ ਤੇ ਆਕਰਸ਼ਿਤ ਕਰਦੀਆਂ ਹੈਗੀਆਂ, ਰਾਹੁਲ ਗਾਂਧੀ ਚ ਉਹ ਗੁਣ ਨਹੀਂ ਹੈਗੇ ਜੀ। ਅੱਛਾ, ਉਹ ਆਪਣੀ ਸੀਟ ਵੀ ਹਾਰ ਗਏ ਔਰ ਉਹਨਾਂ ਨੂੰ ਮੈਂ ਨਹੀਂ ਸਮਝਦਾ ਵੀ ਉਹਨਾਂ ਅੰਦਰ ਕੋਈ 2019 ਨੇ ਪ੍ਰੂਵ ਕਰਦਾ ਕਿ ਰਾਹੁਲ ਗਾਂਧੀ ਦੇ ਅੰਦਰ ਲੀਡਰਸ਼ਿਪ ਵਾਲੀ ਕੋਈ ਗੁਣ ਨਹੀਂ ਹੈਗਾ ਜੀ। ਤੁਸੀਂ ਦੇਖੋ, ਇੱਕ ਬੜੀ ਮਜ਼ੇ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਖੁਦ ਵੀ ਪਤਾ ਇਸ ਗੱਲ ਦਾ ਕਿ ਭਾਈ ਮੈਂ ਅਮੇਠੀ ਹਾਰ ਰਿਹਾ ਜੀ, ਤਾਂ ਹੀ ਤਾਂ ਉਹਨਾਂ ਨੇ ਕੇਰਲਾ ਦੇ ਵਿੱਚ ਦੂਜੀ ਸੀਟ ਤੇ ਚੋਣ ਲੜੀ ਜਿੱਥੋਂ ਜਿੱਤ ਗਏ। ਦੂਜੀ ਸੀਟ ਤੇ ਇਸ ਕਰਕੇ ਚੋਣ ਲੜੀ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਹਾਰ ਰਿਹਾ, ਲੇਕਿਨ ਉਹ ਆਪਣੀ ਉਹ ਹਾਰ ਦੀਆਂ ਪ੍ਰਸਥਿਤੀਆਂ ਨੂੰ ਬਦਲ ਨਹੀਂ ਸਕੇ, ਉਹਨਾਂ ਦੇ ਅੰਦਰ ਉਹ ਕਾਬਲੀਅਤ ਨਹੀਂ ਹੈਗੀ ਜੀ। ਹੁਣ ਹੋਇਆ ਕੀ ਹੈਗਾ ਕਿ ਬਈ ਯੂਪੀ ਜਿਹੜਾ ਹੈਗਾ ਉਹ ਯੂਪੀ ਕਿ ਪ੍ਰਾਈਮ ਮਿਨਿਸਟਰਸ਼ਿਪ ਦੇ ਜਿਹੜਾ ਕੁਰਸੀ ਨੂੰ ਜਿਹੜਾ ਰਸਤਾ ਹੈ ਨਾ, ਯੂਪੀ ਦੇ ਵਿੱਚ ਦੀ ਜਾਂਦਾ ਹੈ। 85 ਸੀਟਾਂ ਨੇ, ਯੂਪੀ ਜਿੱਤ ਲਈ ਉਹ ਪ੍ਰਧਾਨ ਮੰਤਰੀ, ਉਹ ਸਰਕਾਰ ਬਣਾ ਸਕਦੀ ਪਾਰਟੀ, ਠੀਕ ਹੈ ਜੀ। ਹੁਣ ਰਾਹੁਲ ਗਾਂਧੀ ਜੀ ਤਾਂ ਉੱਥੋਂ ਡਿਸਕ੍ਰੈਡਿਟ ਹੋ ਗਏ, ਹੁਣ ਉੱਥੇ ਰਹਿ ਗਈ ਪ੍ਰਿਯੰਕਾ ਗਾਂਧੀ ਬੀਬੀ। ਉਹਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ, ਲੇਕਿਨ ਜਿਹੜਾ 2017 ਦੇ ਵਿੱਚ ਯੂਪੀ ਦਾ ਇਲੈਕਸ਼ਨ ਹੋਇਆ ਸੀ ਜਿਹਦੇ ਚ ਉਹਨਾਂ ਨੇ ਲੀਡ ਵੀ ਕੀਤਾ, ਉਹਦੇ ਚ ਕਾਂਗਰਸ ਦਾ ਵੋਟ ਸ਼ੇਅਰ ਸਿਰਫ 6.25% ਹੈ। ਇਸ ਹਾਲਤ ਦੇ ਵਿੱਚ ਇਹ ਯੂਪੀ ਵੀ ਚਾਹੀਦਾ। ਹੁਣ ਯੂਪੀ ਕਿਉਂ ਚਾਹੀਦਾ ਕਾਂਗਰਸ ਨੂੰ, ਰਮਨ ਜੀ? ਗਾਂਧੀ ਪਰਿਵਾਰ ਦੀ ਯੂਪੀ ਜਿੱਤਣਾ ਕਾਂਗਰਸ ਵਾਸਤੇ ਆਪਣੀ ਕਾਂਗਰਸ ਪਾਰਟੀ ਤੇ ਆਪਣੇ ਗਲਬੇ ਨੂੰ, ਆਪਣੇ ਦਬਦਬੇ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। ਜੇ ਯੂਪੀ ਉਹਨਾਂ ਦੇ ਹੱਥੋਂ ਨਿਕਲ ਗਿਆ ਤਾਂ ਫਿਰ ਉਹ ਹੁਣ ਯੂਪੀ 'ਚ ਜਾਏਗਾ ਕੌਣ ਜੀ, ਕੌਣ ਉੱਥੇ ਅਸਰਦਾਰ ਹੋਏਗਾ? ਤੇ ਉਹਨਾਂ ਨੂੰ ਇੱਕ ਫਿਰ ਸਰਦਾਰ ਲੱਗਿਆ, ਸਰਦਾਰ ਜਿਹਦਾ ਨਾਮ ਨਵਜੋਤ ਸਿੰਘ ਸਿੱਧੂ ਜੀ। ਤੇ ਯੂਪੀ ਦੇ ਵਿੱਚ ਕਮ ਸੇ ਕਮ ਮੈਂ 2-4 ਦਿਨ ਪਹਿਲਾਂ ਆਇਆ ਕਿ ਬਹੁਤ ਆਪਣੇ ਸਿੱਖ ਪੰਜਾਬੀ ਲੀਡਰ ਨੇ ਉੱਤਰ ਪ੍ਰਦੇਸ਼ ਦੇ, ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿੰਦੇ ਕਮ ਸੇ ਕਮ 25 ਸੀਟਾਂ ਦੇ ਉੱਤੇ ਸਿੱਖ ਵੋਟਰ ਜਿਹੜੇ ਹੈ ਬੜੇ ਫੈਸਲਾਕੁਨ ਹੈ ਅਸੈਂਬਲੀ ਸੀਟਾਂ ਦੇ, ਠੀਕ ਹੈ ਜੀ। ਔਰ ਬਾਕੀ ਵੀ ਪੂਰੇ ਯੂਪੀ ਦੇ ਵਿੱਚ ਵੀ ਕੋਈ 15 ਲੱਖ ਦੇ ਕਰੀਬ ਸਿੱਖ ਜਿਹੜੇ ਹੈਗੇ ਵਸੋਂ ਹੈ ਜਾਂ ਵੋਟਾਂ ਹੈ, ਇਹ ਬਾਰੇ ਮੈਂ ਇੰਨਾ ਸਪਸ਼ਟ ਨਹੀਂ ਹੈ, ਪਰ ਇੰਨੀ ਗਿਣਤੀ ਹੈਗੀ ਉਹ ਜੀ। ਹੁਣ ਉਹਨਾਂ ਨੂੰ ਉੱਥੇ ਚਾਹੀਦਾ ਬੁਲਾਰਾ, ਪ੍ਰਿਯੰਕਾ ਗਾਂਧੀ ਬੁਲਾਰਾ ਨਹੀਂ ਉੱਥੇ। ਪ੍ਰਿਯੰਕਾ ਗਾਂਧੀ ਦੇ ਉੱਤੇ ਬਹੁਤ ਦਬਾਅ ਹੈ ਯੂਪੀ ਵਿੱਚ ਕਿ ਬੀਬੀ ਜੀ ਤੁਸੀਂ ਜਾਂ ਤਾਂ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਘੋਸ਼ਿਤ ਕਰੋ ਤਾਂ ਕਿ ਤੁਹਾਡਾ ਜਿਹੜਾ ਪਾਰਟੀ ਦਾ ਜਥੇਬੰਦਕ ਜਿਹੜਾ ਢਾਂਚਾ ਹੈ, ਪਾਰਟੀ ਦਾ ਜਿਹੜਾ ਕੇਡਰ ਹੈ, ਉਹਦੇ ਅੰਦਰ ਕੋਈ ਸਫੁਰਤੀ ਆਵੇ, ਉਹਦੇ ਚ ਕੋਈ ਹੌਸਲਾ ਪੈਦਾ ਹੋਵੇ ਜੀ। ਇਸ ਕਰਕੇ ਉਹਨਾਂ ਦੇ ਸਟੇਕ ਬੜੇ ਹਾਈ ਨੇ ਯੂਪੀ ਜਿੱਤਣਾ। ਦੂਜੀ ਵਾਰੀ ਯੂਪੀ ਹਾਰਨਾ ਕਾਂਗਰਸ ਦੀ, ਗਾਂਧੀ ਪਰਿਵਾਰ ਦੀ ਕਾਂਗਰਸ ਪਾਰਟੀ ਤੇ ਕਮਜ਼ੋਰ ਪਕੜ ਦੀ ਨਿਸ਼ਾਨੀ ਹੋਵੇਗੀ ਜੀ। ਉਹਨਾਂ ਨੂੰ ਕੋਈ ਨਾ ਕੋਈ ਬੰਦਾ ਚਾਹੀਦਾ। ਜਿਹੜੇ ਗੁਣ ਰਾਹੁਲ ਗਾਂਧੀ ਚ ਨਹੀਂ ਹੈਗੇ ਉਹ ਨਵਜੋਤ ਸਿੰਘ ਸਿੱਧੂ ਚ ਭਾਲਦੇ ਨੇ ਜੀ। ਤੇ ਉਹਨਾਂ ਨੂੰ ਯੂਪੀ ਦੀਆਂ ਚੋਣਾਂ ਵਾਸਤੇ ਰਾਹੁਲ ਗਾਂਧੀ ਨੂੰ, ਆਪਣੇ ਗਾਂਧੀ ਪਰਿਵਾਰ ਨੂੰ ਚਾਹੀਦਾ। 2019 ਦੇ ਵਿੱਚ ਵੀ ਇਸ ਆਪਣਾ 2017 ਚ ਨਵਜੋਤ ਸਿੰਘ ਸਿੱਧੂ ਨੂੰ, ਜਿਵੇਂ ਪਹਿਲਾਂ ਕਿਹਾ ਕਿ ਸਿਰਫ ਪ੍ਰਿਯੰਕਾ ਜੀ ਔਰ ਰਾਹੁਲ ਗਾਂਧੀ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੂੰ ਪਾਰਟੀ ਦੇ ਵਿੱਚ ਲਿਆ ਗਿਆ ਸੀ, ਉੱਥੇ ਹੋਰ ਕੋਈ, ਯਾਨੀ ਕਿ ਨਵਜੋਤ ਸਿੰਘ ਸਿੱਧੂ ਨੂੰ ਲੈਣ ਦਾ ਫੈਸਲਾ ਸਿਰਫ ਉਹਨਾਂ ਦਾ ਸੀਗਾ। ਔਰ ਉਹਨਾਂ ਨੇ ਫੈਸਲਾ ਨਵਜੋਤ ਸਿੰਘ ਸਿੱਧੂ ਨੂੰ ਬਾਕੀ ਦੇ ਹਿੰਦੁਸਤਾਨ ਦੇ ਵਿੱਚ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਉਹਨਾਂ ਨੂੰ ਕੋਈ ਏਦਾਂ ਦਾ ਬੰਦਾ ਚਾਹੀਦਾ ਸੀਗਾ ਜਿਹਦੀ ਪੂਰੇ ਹਿੰਦੁਸਤਾਨ 'ਚ ਇੱਕ ਅਪੀਲ ਹੋਵੇ, ਪਛਾਣ ਹੋਵੇ, ਅੱਛਾ ਬੁਲਾਰਾ ਹੋਵੇ, ਠੀਕ ਹੈ ਜੀ। ਤਾਂ ਉਹਨਾਂ ਨੂੰ ਇਹੋ ਜਿਹਾ ਵਿਅਕਤੀ ਚਾਹੀਦਾ ਜਿਹੜਾ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ 'ਚ ਮਿਲਿਆ। ਹਾਲਾਂਕਿ 2019 ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਕੋ ਕਾਂਗਰਸ ਦੀ ਜਿਹੜੀ ਕਿਸਮਤ ਉਹ ਬਦਲ ਨਹੀਂ ਸਕੇ
ਤੇ ਕਾਂਗਰਸ ਉਹੀ 50 ਸੀਟਾਂ ਤੇ ਅਟਕ ਗਈ ਹੈ, ਜਿੰਨੀਆਂ ਤੇ ਤਕਰੀਬਨ ਗਏ ਨੇ ਸਿੱਧੂ ਸਾਹਿਬ ਸਾਰਿਆਂ ਤੇ ਹਾਰ ਗਈ ਹੈ। ਸਿੱਧੂ ਸਾਹਿਬ ਅਮੇਠੀ 'ਚ ਵੀ ਗਏ ਸੀਗੇ ਪ੍ਰਚਾਰ ਕਰਨ, ਉੱਥੇ ਵੀ ਹਾਰ ਗਈ, ਉੱਥੇ ਵੀ ਉਹ ਹਾਰ ਗਈ। ਤਾਂ ਇਸ ਕਰਕੇ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਬਈ ਚਾਂਸ ਲੈ ਰਹੇ ਨੇ ਉਹ, ਤੇ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਸਾਡਾ ਭਲਾ ਕਰਦੇ ਆਪਣੇ ਰਾਜਨੀਤਿਕ ਭਵਿੱਖ ਦੀ ਖਾਤਰ। ਇਹ ਮੈਨੂੰ ਐ ਲੱਗਦਾ ਕਿ ਜਿਹੜਾ ਗਾਂਧੀ ਪਰਿਵਾਰ ਹੈ ਉਹ ਪੰਜਾਬ ਕਾਂਗਰਸ ਦੀ ਕੁਰਬਾਨੀ ਦੇ ਰਿਹਾ। ਰਾਜੂ ਜੀ, ਜੇ ਪੰਜਾਬ ਦੇ ਸੰਦਰਭ 'ਚ ਇਸ ਚੀਜ਼ ਨੂੰ ਸਮਝਣਾ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਨੇ, ਉਹ ਮਾਫੀ ਵਾਲੇ ਚੀਜ਼ ਦੇ ਉੱਤੇ ਅੜੇ ਹੋਏ ਆ। ਹੁਣ ਜਿਹੜੇ ਉਹ 62 ਹੈਗੇ ਉਹਨਾਂ ਵਿੱਚੋਂ ਬਹੁਤ ਸਾਰੇ ਬਿਆਨ ਦੇਈ ਜਾਂਦੇ ਵੀ ਮਾਫੀ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ, ਸਿੱਧੂ ਨੇ ਇਹੋ ਜਿਹਾ ਕਰ ਕੀ ਦਿੱਤਾ। ਫਿਰ ਜੇ ਹਾਈਕਮਾਨ ਜਿਹੜੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਸਿੱਧੂ ਨੂੰ ਪ੍ਰਧਾਨ ਬਣਾ ਦਿੰਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਜੇ ਨਾਰਾਜ਼ ਹੀ ਰਹਿੰਦੇ ਆ, ਇਹ ਚੀਜ਼ਾਂ ਪੰਜਾਬ ਦੇ ਪੱਖ 'ਚ ਜਾਂ ਵਿਰੋਧ 'ਚ ਇਹ ਸੁਧਾਰ ਕਰ ਸਕਣਗੀਆਂ ਜਾਂ ਹੋਰ ਜਿਹੜੀ ਕਹਾਣੀ ਖਰਾਬ ਹੋਊਗੀ? ਰਮਨ ਏਦਾਂ ਹੈ, ਆਪਾਂ ਇਹ ਜੀ ਗੱਲ ਕਹੀਏ ਨਾ ਵੀ ਪੰਜਾਬ ਦੇ ਪੱਖ 'ਚ ਨਹੀਂ, ਪੰਜਾਬ ਦਾ ਪੱਖ ਹੁੰਦਾ ਤਾਂ ਆਹ ਸੰਕਟ ਨਾ ਹੁੰਦਾ। ਜੋ ਤਮਾਸ਼ਾ ਹੋ ਰਿਹਾ, ਆਈ ਕਾਲ ਇਟ ਅ ਡਰਾਮਾ, ਇਟਸ ਅ ਡਰਾਮਾ, ਠੀਕ ਹੈ ਜੀ। ਮੈਨੂੰ ਮਤਲਬ ਵੀ ਦੇਖੋ ਕਿ ਜਿਹਨੂੰ ਅਸੀਂ ਹਾਈ ਕਮਾਂਡ ਕਹਿੰਦੇ ਹਾਂ, ਜਿਹਦੇ ਤੋਂ ਉਮੀਦ ਕਰਦੇ ਹਾਂ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਕਾਂਗਰਸ ਨੂੰ ਦੁਬਾਰਾ ਜਿਹੜੀ ਹੈਗੀ ਹੈ ਉਹ ਰਿਵਾਈਵ ਕਰੇਗੀ ਜੀ। ਉਹ ਲੀਡਰਸ਼ਿਪ ਦੇ ਕੋਲੇ ਇੰਨੀ ਰਾਜਨੀਤਿਕ ਸੂਝ-ਬੂਝ ਬੁੱਧੀ ਨਹੀਂ ਹੈਗੀ ਕਿ ਉਹ ਪੰਜਾਬ ਵਰਗੀ ਛੋਟੀ ਜੀ 13 ਲੋਕ ਸਭਾ ਸੀਟਾਂ ਵਾਲੀ ਸਟੇਟ 'ਚ ਆਪਣੀ ਯੂਨਿਟ ਦਾ ਮਸਲਾ ਸੁਲਝਾ ਸਕਣ। ਕਿੰਨੇ ਮਹੀਨੇ ਲੱਗ ਗਏ। ਹੁਣ ਵੀ ਜਿਹੜਾ ਸਿੱਧੂ ਸਾਹਿਬ ਨੂੰ ਇਹਨਾਂ ਨੇ ਜਿਹੜਾ ਐਲਾਨਿਆ ਹੈ ਨਾ, ਉਹ ਵੀ ਮਤਲਬ ਵੀ ਜਾਣ ਚੱਕੀ ਹੈ, ਮਜਬੂਰੀ ਦੇ ਵਿੱਚ। ਇੱਕਦਮ ਉਹਨਾਂ ਕੋਲੇ ਕੁਝ ਹੈ ਨਹੀਂ ਸੀ। ਜੇ ਉਹ ਆਪਣਾ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਦੇ ਉੱਥੇ ਘਰ ਨਾ ਜਾਂਦੇ ਸੀ ਸੀਸਵਾ ਫਾਰਮ ਤੇ, ਉਹ ਫੋਟੋਆਂ ਬਾਹਰ ਨਾ ਆਉਂਦੀਆਂ ਔਰ ਉਸ ਦਿਨ ਕਾਂਗਰਸ ਦੇ MP ਬਾਜਵਾ ਸਾਹਿਬ ਦੀ ਕੋਠੀ ਮਿਲ ਕੇ ਉਹ ਨਾ ਮੀਟਿੰਗ ਕਰਦੇ, ਉਹਨਾਂ ਨੇ ਉੱਥੇ ਗੱਲ ਤਾਂ ਇਹ ਦੱਸੀ ਮੀਡੀਆ ਨੂੰ ਕਿ ਅਸੀਂ ਆਪਣੀ ਸਟ੍ਰੈਟਜੀ ਬਣਾ ਰਹੇ ਹੈਗੇ ਆ ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਉਠਾਉਣ ਲਈ, ਹੋਰ ਪੰਜਾਬ ਦੇ ਮੁੱਦੇ ਉਠਾਉਣ ਲਈ। ਉਸ ਤੋਂ ਡਰਦਿਆਂ ਹੋਇਆ ਕਾਂਗਰਸ ਨੇ ਇੱਕਦਮ ਇਹਨੂੰ ਸਿੱਧੂ ਨੂੰ, ਜੇ ਉਹ ਨਾ ਹੁੰਦਾ ਤੇ ਮਾਮਲਾ ਹਜੇ ਵੀ ਹੋਰ ਲਟਕਣਾ ਸੀ ਜੀ। ਉਹ ਚੀਜ਼ ਜਿਹੜਾ ਮਾਮਲਾ ਰਮਨ ਹੁਣ ਤੱਕ ਲਟਕਿਆ, ਉਹ ਇਸ ਕਰਕੇ ਲਟਿਆ ਕਿਉਂਕਿ ਕਾਂਗਰਸ ਜਿਹੜੀ ਲੀਡਰਸ਼ਿਪ ਹੈਗੀ, ਗਾਂਧੀ ਪਰਿਵਾਰ, ਉਹਨਾਂ ਨੂੰ ਡਰ ਲੱਗਦਾ ਹੈ ਕੈਪਟਨ ਅਮਰਿੰਦਰ ਜਿਹੜਾ ਹੈਗਾ ਇਹਨੂੰ ਜੇ ਅਸੀਂ ਸੀਨ ਤੋਂ, ਪੰਜਾਬ ਦੀ ਰਾਜਨੀਤਿਕ ਸੀਨ ਤੋਂ ਲਾਂਭੇ ਕਰ ਦਿੱਤਾ ਤਾਂ ਇਹਦਾ ਖਮਿਆਜ਼ਾ ਭੁਗਤਣਾ ਪਊ। ਤਾਂ ਹੀ ਤਾਂ ਉਹਨਾਂ ਨੇ ਰੱਖਿਆ ਹੈਗਾ ਇਹਨੂੰ, ਨਹੀਂ ਤਾਂ ਕੀ ਪ੍ਰੋਬਲਮ ਸੀ। ਜੇ ਆਪਣੀ ਗਾਂਧੀ ਪਰਿਵਾਰ ਹਾਈ ਕਮਾਂਡ ਇੰਨੀ ਕਲੀਅਰ ਸੀ ਜੀ, ਉਹਨਾਂ ਨੂੰ ਇੰਨੀ ਕਲੈਰਿਟੀ ਸੀ ਕਿ ਅਸੀਂ ਕੀ ਕਰਨਾ ਚਾਹੀਦਾ, ਤਾਂ ਸਿੱਧੂ ਸਾਹਿਬ ਹੈਗੇ ਨੇ, MLA ਤਾਂ ਹੈਗੇ ਨੇ, ਫਿਰ ਇਹਨਾਂ ਨੂੰ ਮੁੱਖ ਮੰਤਰੀ ਥਾਪਣ ਚ ਕੀ ਆ, 62 MLA ਇਹਨਾਂ ਦੇ ਨਾਲ ਨੇ, ਉਧਰੋਂ ਇਸ਼ਾਰਾ ਹੋਣਾ ਸੀ ਤੇ ਫਿਰ ਮੁੱਖ ਮੰਤਰੀ ਬਣਾ ਦਿਓ ਉਹਨੂੰ, ਕਹਾਣੀ ਖਤਮ ਕਰੋ ਯਾਰ, ਕੀ ਰੌਲਾ ਪਾਇਆ ਹੋਇਆ ਹੈ ਆਪਣੀ ਨਮੋਸ਼ੀ ਵਾਲੀ ਗੱਲ ਜੀ। ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਸਮਝਣਾ ਚਾਹੁੰਦੀ ਹਾਂ ਕਿ ਮੈਂ ਹੁਣੇ ਪਹਿਲਾਂ ਗੱਲ ਕੀਤੀ ਵੀ ਵਿਰੋਧੀ ਪਾਰਟੀਆਂ ਦੀ ਤਾਂ ਹਾਲ ਦੀ ਘੜੀ ਕਾਂਗਰਸ ਨੂੰ ਲੋੜ ਨਹੀਂ ਲੱਗਦੀ ਹੈ ਨਾ, ਕਿਉਂਕਿ ਆਪ ਹੀ ਦੋ ਖੇਮਿਆਂ ਦੇ ਵਿੱਚ ਵੱਟ ਕੇ ਚੀਜ਼ਾਂ ਕਰ ਰਹੇ ਆ। ਹੁਣ ਜਿਹੜੀ 19 ਤਰੀਕ ਨੂੰ ਇੱਕ ਖਬਰ ਆਉਂਦੀ ਹੈ ਕਿ 21 ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨੋਵਾ ਗੱਡੀਆਂ ਅਲਾਟ ਕਰ ਦਿੱਤੀਆਂ ਜਾਂਦੀਆਂ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਘਰੋਂ ਘਰੀ ਜਾ ਕੇ ਵਿਧਾਇਕਾਂ ਦੇ ਮਿਲਣੀਆਂ ਕਰ ਰਹੇ ਆ, ਜੱਫੀਆਂ ਪੈ ਰਹੀਆਂ ਹੈਗੀਆਂ ਤੇ ਹਰ ਕਿਸੇ ਨੂੰ ਅਹੁਦਾ ਵੰਡਣ ਦੀ ਵੀ ਉਹਨਾਂ ਨੇ ਸਿਫਾਰਿਸ਼ ਕੀਤੀ ਆ। ਇਹ ਦੋਨਾਂ ਚੀਜ਼ਾਂ ਦਾ ਕੀ ਭਵਿੱਖ ਹੋਣ ਵਾਲਾ ਹੈ? ਨਹੀਂ, ਇਹਦੇ ਚ ਏਦਾਂ ਹੁੰਦਾ ਨਾ, ਦੇਖੋ ਇੱਕ ਨਾ ਬੜੀ ਸਮਝੋ ਤੁਸੀਂ, ਅੱਜ ਦੀ ਰਾਜਨੀਤੀ ਚ ਨਾ ਇਹ ਕੋਈ ਅਸੂਲਾਂ ਸਾਲਾਂ ਵਾਲੀ ਗੱਲ ਨਾ ਛੱਡੋ ਪਰਾਂ, ਇਹ ਤਾਂ ਹੁਣ ਕਿਤਾਬੀ ਇੱਕੋ ਪਾਰਟੀ ਦੇ ਵਿੱਚ ਦੋ ਜਣਿਆਂ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੀ ਜ਼ਰੂਰਤ ਹੈ ਇੱਕੋ ਪਾਰਟੀ ਦੇ ਵਿੱਚ? ਉਹੀ ਤਾਂ ਗੱਲ ਕਰ ਉਸੇ ਗੱਲ ਜੀ। ਇਹਦੇ ਇੱਕ ਤੋਂ ਜ਼ਿਆਦਾ ਮਾਨੇ ਕੱਢੇ ਜਾ ਸਕਦੇ ਆ, ਲੇਕਿਨ ਮਾਨਾ ਇੱਕੋ ਹੀ ਹੈ ਇਹਦਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗਾ, ਮੈਂ ਅਲੱਗ ਮਾਣਾ ਕੱਢੂੰਗਾ, ਕੋਈ ਹੋਰ ਟਿੱਪਣੀਕਾਰ ਕਰਨਗੇ, ਕੋਈ ਹੋਰ ਵਿਸ਼ਲੇਸ਼ਕ ਜਿਹੜੇ ਹੈਗੇ ਆ ਉਹ ਕਰਨਗੇ, ਹੋਰ ਤਰੀਕੇ ਨਾਲ ਕਰਨਗੇ। ਕਾਂਗਰਸ ਦੇ ਲੀਡਰ ਵੀ, ਮੇਰੀ ਅੱਜ ਹੀ ਇੱਕ ਪੰਜਾਬ ਦੇ ਕੈਬਨਿਟ ਮਿਨਿਸਟਰ ਦੇ ਨਾਲ, ਇੱਕ ਪੰਜਾਬ ਦੇ ਸਿਟਿੰਗ MLA ਆ ਜਿਹੜੇ, ਉਹਨਾਂ 10 MLA ਚੋਂ ਹੈਗੇ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਕੈਪਟਨ ਸਾਹਿਬ ਦੀ ਹਮਾਇਤ ਦੇ ਵਿੱਚ ਥੋੜੇ ਦਿਨ ਪਹਿਲਾਂ, ਠੀਕ ਹੈ ਜੀ। ਇੱਕ ਪੰਜਾਬ ਦੇ ਇੱਕ ਵੱਡੀ ਕਾਰਪੋਰੇਸ਼ਨ ਦੇ ਮੇਅਰ ਹੈਗੇ, ਅੱਜ ਮੇਰੀ ਉਹਨਾਂ ਨਾਲ ਹੀ ਗੱਲ ਹੋਈ ਸੀਗੀ, ਠੀਕ ਹੈ ਜੀ, ਵੀ ਇਹ ਕੀ ਲੱਗ ਰਿਹਾ ਤੁਹਾਨੂੰ, ਵੀ ਕਿਵੇਂ ਹੋ ਰਿਹਾ, ਠੀਕ ਹੈ ਜੀ। ਹੁਣ ਇਹ ਹੈਗਾ ਕਿ ਇਹ ਜਿਹੜੀ ਸੱਤਾ ਹੁੰਦੀ ਹੈ ਨਾ, ਸਿੱਧੂ ਸਾਹਿਬ ਨੂੰ ਉੱਤੋਂ ਤਾਂ ਹੀ ਭੇਜੇਗਾ ਨਾ, ਗਰਾਊਂਡ ਦੇ ਉੱਤੇ ਸਪੋਰਟ ਨਹੀਂ ਸੀ ਉਹਨਾਂ ਦੀ, ਅੱਜ ਤੱਕ ਨਹੀਂ ਕੋਈ ਹੋਈ, ਉਹਨਾਂ ਦੇ ਹੱਕ 'ਚ ਨਹੀਂ ਖੜਾ। ਉਹਨਾਂ ਨੂੰ ਇੱਕ ਅਹੁਦਾ ਚਾਹੀਦਾ ਸੀ ਇਹੋ ਜਿਹਾ ਜਿੱਥੇ ਉਹਨਾਂ ਨੂੰ ਲੱਗਦਾ, ਕਿਉਂਕਿ ਕਾਂਗਰਸ ਪ੍ਰਧਾਨ ਜਿਹੜਾ ਹੁੰਦਾ ਜਦੋਂ ਵੋਟਾਂ ਦੀ ਟਿਕਟਾਂ ਦੀ ਵੰਡ ਹੁੰਦੀ ਹੈ ਤਾਂ ਉਹਨਾਂ ਦਾ ਬੜਾ ਅਹਿਮ ਰੋਲ ਹੁੰਦਾ, ਠੀਕ ਹੈ ਜੀ। ਔਰ ਸਿੱਧੂ ਸਾਹਿਬ ਵਰਗਾ ਜਦੋਂ ਕੈਂਡੀਡੇਟ ਹੋਵੇ ਜਿਹਨੂੰ ਡਾਇਰੈਕਟ ਥਾਪੜਾ ਹੋਵੇ, ਜਿਹੜਾ ਕਿ ਉੱਥੋਂ ਦੀ ਚੁਆਇਸ ਹੋਵੇ ਹਾਈ ਕਮਾਂਡ ਦੀ,
ਪਰਸਨਲ, ਠੀਕ ਹੈ, ਉੱਥੇ ਤਾਂ ਉਹਨਾਂ ਦਾ ਤਾਂ ਫਿਰ ਰੁਤਬਾ ਹੋਰ ਵੀ ਵੱਧ ਜਾਂਦਾ ਹੈ। ਇਹ ਜਿੰਨੇ ਵੀ ਬੰਦੇ ਗਏ ਨੇ ਇਹ ਸਾਰੇ ਦੇ ਸਾਰੇ ਇਸ ਕਰਕੇ ਨਹੀਂ ਗਏ ਕਿ ਸਿੱਧੂ ਸਾਹਿਬ ਬਹੁਤ, ਕਿਉਂਕਿ ਬਹੁਤਿਆਂ ਨੇ ਜਿਨ੍ਹਾਂ ਨੇ, ਮੈਂ ਉਹਨਾਂ ਨੂੰ ਵੀ ਜਾਣਦਾ, ਮੇਰੀ ਗੱਲ ਹੋਈ ਹੈ ਜਿਹੜੇ ਬੰਦਿਆਂ ਨੇ ਇਹ ਵੀ ਕਿਹਾ ਕਿ ਔਨ ਕੈਮਰਾ ਟੈਲੀਵਿਜ਼ਨ ਦੇ ਸਾਹਮਣੇ, ਸੋਸ਼ਲ ਮੀਡੀਆ 'ਚ ਜਾਂ ਪ੍ਰਿੰਟ ਮੀਡੀਆ 'ਚ ਕਿ ਜੀ ਸਿੱਧੂ ਸਾਹਿਬ ਵੈਲਕਮ ਨੇ, ਸਿੱਧੂ ਸਾਹਿਬ ਬਹੁਤ ਅੱਛੇ ਨੇ, ਲੇਕਿਨ ਉਹ ਜਦੋਂ ਮੇਰੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਆ ਕੀ ਕਰੀਏ, ਕਰਨਾ ਪੈਂਦਾ ਹੈ। ਤੇ ਇਹ ਇਸ ਕਰਕੇ ਉਹ ਜਿੱਧਰ ਉਹਨਾਂ ਨੂੰ ਲੱਗੂਗਾ ਕਿ ਸਾਡਾ ਕੋਈ ਹੋਊਗਾ, ਕਿਉਂਕਿ ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਨਾ ਕਿ ਸਿੱਧੂ ਹਾਈ ਕਮਾਂਡ ਨੇ ਨੰਗੇ ਚਿੱਟੇ ਹੋ ਕੇ ਇਹ ਦੱਸਤਾ ਵੀ ਅਸੀਂ ਕਿਹਦੇ ਪਿੱਛੇ ਖੜੇ ਜੀ। ਜ਼ਾਹਿਰ ਜੀ ਗੱਲ ਹੈਗੀ ਹੈ ਉਹ ਲੋਕ ਇੱਧਰ ਜਾਣਗੇ, ਔਰ ਜ਼ਾਹਿਰ ਜੀ ਗੱਲ ਹੈਗੀ ਹੈ ਕਿ ਚੀਫ ਮਿਨਿਸਟਰ ਵੀ ਚਾਹਣਗੇ, ਕਿਉਂਕਿ ਹਲੇ ਚੀਫ ਮਿਨਿਸਟਰ ਨੇ, ਜੋ ਉਹਨਾਂ ਦੇ ਇਖਤਿਆਰ ਹੈਗਾ ਉਹ ਵੀ ਕਰਨਗੇ। ਤਾਂ ਕੁੱਲ ਮਿਲਾ ਕੇ ਇਹੀ ਹੈਗਾ ਕਿ ਬਈ ਉਹ ਜਿਹੜੇ ਨਾ ਕਹਿੰਦੇ ਉਹ ਕੈਰਟ, ਅੰਗਰੇਜ਼ੀ 'ਚ ਕਹਿੰਦੇ ਆ ਡੈਂਗਲ ਕੈਰਟ, ਠੀਕ ਹੈ ਜੀ, ਉਹ ਗਾਜਰ ਇਹਨਾਂ ਦੇ ਸਾਹਮਣੇ ਆਪਣਾ ਮੂਲੀ ਜਿਹੜੀ ਹੈ, ਗਾਜਰ ਮੂਲੀਆਂ ਲਟਕਾ ਦਿੱਤੀਆਂ ਹੈਗੀਆਂ, ਬੇਟ ਇੱਕ ਜਿਹੜੀ ਹੈਗੀ ਹੈ, ਤੇ ਵੀ ਉਹ ਹੁਣ ਦੇਖੋ ਵੀ, ਕਿਉਂਕਿ ਪਰ ਇੱਕ ਚੀਜ਼ ਇਸ ਤੋਂ ਪਤਾ ਲੱਗਦਾ ਹੈਗਾ ਵੀ ਇਹ ਜਿਹੜੇ ਪਾਰਟੀ ਦੇ ਐਮਐਲਏ ਆ ਦੂਜੇ ਆ, ਉਹਨਾਂ ਨੂੰ ਸਿੱਧੂ ਜੀ ਉਹਨਾਂ ਬਾਰੇ ਕੀ ਸਮਝਦੇ ਹੈਗੇ ਨੇ ਤੇ ਕੈਪਟਨ ਸਾਹਿਬ ਕੀ ਸਮਝਦੇ ਹੈਗੇ ਨੇ, ਵੀ ਏਦਾਂ ਕਰਕੇ ਉਹ ਬੰਦੇ ਜਿਹੜੇ ਆ ਵਿਨ ਓਵਰ ਆਪਦੀ ਸਾਈਡ ਵੱਲ ਕੀਤੇ ਜਾ ਸਕਦੇ ਨੇ। ਚੱਲਣ ਹੈ ਇਹ ਰਾਜਨੀਤੀ ਇੰਨੀ ਪੇਤਲੀ, ਇੰਨੀ ਸਤਹੀ ਔਰ ਇੰਨੀ ਸੈਲਫ ਸੈਂਟਰ ਔਰ ਇੰਨੀ ਖੁਦਗਰਜ਼ ਹੋ ਗਈ ਹੈ ਕਿ ਬੰਦੇ ਕਹਿੰਦੇ ਵੀ ਸਾਡਾ ਵਫਾਦ ਹੋਣਾ ਚਾਹੀਦਾ ਹੈਗਾ। ਹੁਣ ਇੱਕ ਹੋਰ ਮਜ਼ੇ ਦੀ ਗੱਲ ਦੱਸ ਦਿੰਦਾ ਤੁਹਾਨੂੰ ਜੀ, ਕਿ ਕੋਈ ਮੰਨ ਲਓ ਇੱਕ ਇਹੋ ਜਿਹੀ ਪ੍ਰਸਥਿਤੀ ਆਉਂਦੀ ਹੈਗੀ ਹੈ ਕਿ ਅਚਾਨਕ ਕੈਪਟਨ ਸਾਹਿਬ ਜਿਹੜੇ ਹੈਗੇ ਆ ਇਹ ਥੋੜਾ ਜਿਹਾ ਲੱਗਦਾ ਕਿ ਵੀ ਇਹਨਾਂ ਦਾ ਇਹ ਉੱਠਣ ਵਾਲੀ ਪੋਜੀਸ਼ਨ 'ਚ ਸਟਰੋਂਗ ਹੋਏ ਹੈਗੇ ਨੇ, ਉਹ ਕਈ ਰੁੜ ਕੇ ਉਧਰ ਚਲੇ ਜਾਣਗੇ। ਤਾਂ ਇਹ ਚੱਲਦਾ ਹੈਗਾ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਹਾਈ ਕਮਾਂਡ ਨੇ ਇੱਕ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆ ਕਿ ਕੈਪਟਨ ਸਾਹਿਬ ਮੁੱਖ ਮੰਤਰੀ ਆ, ਇਹ ਪ੍ਰਧਾਨ ਰਹਿਣਗੇ, ਪਰ ਤੁਹਾਨੂੰ ਲੱਗਦਾ ਕਿ ਹੁਣ ਸੀਐਮ ਦੀ ਕੁਰਸੀ ਵੇਲੇ ਵੀ ਹੋਰ ਜਿਹੜਾ ਕੰਮ ਖਰਾਬ ਹੋ ਜਾਊਗਾ? ਲੱਗਦਾ ਕਿ ਸਿੱਧੂ ਸੀਐਮ ਦੀ ਕੁਰਸੀ ਵੱਲ ਵੀ ਦੇਖਣਗੇ? ਜ਼ਾਹਿਰ ਜੀ ਗੱਲ ਹੈਗੀ ਆ, ਉਹ ਤਾਂ ਬਣੇ ਹੀ ਹੈਗੇ ਇਸ ਕਰਕੇ। ਦੇਖੋ ਕਾਂਗਰਸ, ਇੱਕ ਚੀਜ਼ ਦੇਖੋ ਤੁਸੀਂ, ਜਿਹੜੀ ਪ੍ਰਧਾਨਗੀ ਮਿਲੀ ਹੈ, ਉਸ ਪ੍ਰਧਾਨਗੀ ਮਿਲਣ ਤੋਂ ਬਾਅਦ ਪ੍ਰਧਾਨ ਤਾਂ ਕਾਂਗਰਸ ਦੇ ਇਦੋਂ ਪਹਿਲਾਂ ਵੀ ਕਿੰਨੇ ਬਣੇ ਹੈਗੇ, ਲੇਕਿਨ ਸਿੱਧੂ ਸਾਹਿਬ ਦਾ ਜਿਹੜਾ ਔਰਾ, ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦਾ ਗੱਲਬਾਤ ਦਾ ਸਟਾਈਲ, ਠੀਕ ਹੈ ਜੀ, ਉਹ ਤਾਂ ਐ ਜਾਪ ਰਿਹਾ ਹੈਗਾ ਵੀ ਉਹਨਾਂ ਨੂੰ ਇਹ ਹੈਗਾ ਕਿ ਬਈ ਇਹ ਤਾਂ ਇਟ ਇਜ਼ ਜਸਟ ਇੱਕ ਕਦਮ ਜਿਹੜਾ ਹੈਗਾ ਦੂਰ ਹੈ ਸੀਐਮ ਦੀ ਕੁਰਸੀ। ਔਰ ਜਿਹੜਾ ਔਰ ਇਹਨੂੰ ਮੀਡੀਆ ਵੀ ਉਵੇਂ ਪ੍ਰਚਾਰ ਰਿਹਾ, ਸ਼ਕਤੀ ਪ੍ਰਦਰਸ਼ਨ ਜੀ। ਕਾਂਗਰਸ ਦਾ ਪ੍ਰਧਾਨ ਸ਼ਕਤੀ ਪ੍ਰਦਰਸ਼ਨ ਕਿਹਦੇ ਖਿਲਾਫ? ਆਪਣੀ ਪਾਰਟੀ ਦੇ ਖਿਲਾਫ। ਆਪੋਜੀਸ਼ਨ ਤਾਂ ਕੋਈ ਹੈ ਨਹੀਂ। ਇਹ ਸ਼ਕਤੀ ਪ੍ਰਦਰਸ਼ਨ ਅਕਾਲੀਆਂ ਦੇ ਖਿਲਾਫ, ਬੀਜੇਪੀ ਦੇ ਖਿਲਾਫ, ਆਪ ਦੇ ਖਿਲਾਫ ਤਾਂ ਹੈ ਨਹੀਂ। ਇਹ ਸ਼ਕਤੀ ਪ੍ਰਦਰਸ਼ਨ ਕਿਹਦੇ ਖਿਲਾਫ ਹੈਗਾ? ਠੀਕ ਹੈ ਜੀ। ਤਾਂ ਇਸ ਕਰਕੇ ਇਹ ਜਿਹੜਾ ਹੈਗਾ ਕਿ ਉਹਨਾਂ ਨੂੰ ਹੈ ਕਿ ਵੀ ਹੀ ਇਜ਼ ਦਾ ਨੈਕਸਟ ਚੋਇਸ ਐਜ਼ ਅ ਸੀਐਮ। ਔਰ ਜਿਹੜਾ ਇੱਥੋਂ ਤੱਕ ਵੀ ਮੈਨੂੰ ਅੱਜ ਸਵੇਰੇ ਜਿਹੜੀ ਮੇਰੀ ਗੱਲ ਹੋਈ, ਕੁਝ ਲੋਕਾਂ ਨੇ ਇਸ ਨੂੰ ਖਦਸ਼ਾ ਵੀ ਜ਼ਾਹਿਰ ਕੀਤਾ ਹੈਗਾ ਕਿ ਵੀ ਇਹ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ, 62 ਐਮਐਲਏ ਜਿਹੜੀ ਲੇਟੈਸਟ ਖਬਰ ਹੈ ਮੀਡੀਆ 'ਚ ਵੀ ਆ ਗਈ ਕਿ ਜੀ ਉਹ ਅੰਮ੍ਰਿਤਸਰ ਇਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਨੇ, ਤਾਂ ਉੱਥੇ ਜਾ ਕੇ ਤਾਂ ਫਿਰ ਇਹੀ ਹੈਗਾ ਕਿ ਵੀ ਜੇ ਕੈਪਟਨ ਸਾਹਿਬ ਨਹੀਂ ਮੰਨਦੇ, ਉਹ ਅੜੇ ਹੋਏ ਆ। ਕੱਲ ਹੀ ਉਹਨਾਂ ਦਾ ਟਵੀਟ ਆਇਆ ਹੈਗਾ ਕਿ ਨੋ ਚੇਂਜ ਇਨ ਸਟਾਂਸ, ਜੇ ਸਿੱਧੂ ਮਾਫੀ ਮੰਗੇ ਤਾਂ ਕੋਈ, ਉਹ ਵੀ ਅੜੇ ਹੋਏ ਨੇ। ਤਾਂ ਇੱਥੋਂ ਤਾਂ ਹੈਗਾ ਕਿ ਠੀਕ ਹੈ, ਫਿਰ ਜੇ ਤੁਸੀਂ ਅੜੇ ਹੋਏ ਆ ਤਾਂ ਜੋ ਚੱਲ ਰਿਹਾ ਹੈਗਾ ਉਹਦੇ ਹਿਸਾਬ ਨਾਲ ਦੇਖੀਏ ਤਾਂ ਫਿਰ ਤਾਂ ਉਹ ਕਹਿ ਸਕਦੇ ਠੀਕ ਹੈ ਜੀ, ਫਿਰ ਕੈਪਟਨ ਸਾਹਿਬ ਤੁਸੀਂ ਘਰੇ ਜਾਓ, 62 ਬੰਦੇ ਹੈਗੇ ਆ, ਐਬਸੋਲੂਟ ਮੈਜੋਰਿਟੀ ਹੈ, ਉਹਨਾਂ ਨੇ ਇਹਨਾਂ ਨੂੰ ਆਪਣਾ ਲੀਡਰ ਇਲੈਕਟ ਕਰ ਰਿਹਾ, ਲੈਜਿਸਲੇਟਿਵ ਪਾਰਟੀ ਦਾ ਲੀਡਰ ਇਲੈਕਟ ਕਰ ਰਿਹਾ। ਮੇਰਾ ਅਗਲਾ ਸਵਾਲ ਵੀ ਇਹੀ ਹੋਣ ਵਾਲਾ ਸੀ, ਤੁਹਾਡੇ ਤਜਰਬੇ ਤੋਂ ਇਹ ਕੀ ਮਹਿਸੂਸ ਕਰਦੇ ਆ ਕਿ ਜੇ ਇਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਸੀਗੇ ਵੀ ਸੋਨੀਆ ਗਾਂਧੀ ਦੇ ਉਹ ਹਮੇਸ਼ਾ ਫੇਵਰੇਟ ਰਹੇ ਆ ਕਿਉਂਕਿ ਗਾਂਧੀ ਪਰਿਵਾਰ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ, ਜਾਂ ਔਰ ਦੂਜੇ ਪਾਸੇ ਰਾਹੁਲ ਔਰ ਪ੍ਰਿਯੰਕਾ ਦੇ ਨਾਲ ਜੇ ਦੇਖਿਆ ਜਾਵੇ ਨਵਜੋਤ ਸਿੰਘ ਸਿੱਧੂ ਦੀਆਂ ਨਜ਼ਦੀਕੀਆਂ, ਤਾਂ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਭਵਿੱਖ ਕੀ ਦਿਖਦਾ ਕਾਂਗਰਸ ਦੇ ਵਿੱਚ, ਜੇ ਇਹ ਚੀਜ਼ 62 ਵਾਲੀ ਚੱਲੀ ਆਉਂਦੀ ਆ ਔਰ ਜਿਸ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ? ਰਮਨ ਜੀ, ਜੋ ਮੇਰੀ ਇਨਫੋਰਮੇਸ਼ਨ ਹੈ ਟੌਪ ਲੈਵਲ ਤੋਂ ਜੀ, ਉਹ ਇਹ ਹੈਗੀ ਹੈ, ਇਹ ਅੱਜ ਦੀ ਸੱਚਾਈ ਹੈ। ਕੱਲ ਕੀ ਹੁੰਦਾ ਉਹ ਨਹੀਂ ਮੈਂ ਕਹਿ ਸਕਦਾ, ਕਿਉਂਕਿ ਮੈਂ ਜੋਤਸ਼ੀ ਨਹੀਂ ਹੈਗਾ, ਕਿ ਮੈਂ ਤਾਂ ਪੱਤਰਕਾਰ ਹੈ, ਵਿਸ਼ਲੇਸ਼ਕ ਹੈਗਾ ਜੀ, ਠੀਕ ਹੈ ਜੀ। ਉਹ ਇਹ ਹੈਗੀ ਹੈ ਕਿ ਇੱਕੋ ਇੱਕ ਰਸਤਾ ਹੈ, ਇੱਕ ਸਮਝ ਹੈ ਕੈਪਟਨ ਕੈਂਪ ਦੇ ਵਿੱਚ, ਜਿਹੜੀ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ, ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੈਗਾ, ਇਹ ਮੇਰੀ ਇਨਫੋਰਮੇਸ਼ਨ ਹੈਗੀ, ਠੀਕ ਹੈ ਜੀ। ਔਰ ਉਹ ਵੀ ਟੌਪ ਉਸ ਤੋਂ
ਜਿਹੜਾ ਕੈਪਟਨ ਫੇਮ ਉਹ ਹੈਗੀ ਆ ਕਿ ਜਾਂ ਤਾਂ ਇੱਕੋ ਹੀ ਤਰੀਕਾ ਹੈ ਪੈਚ ਅਪ ਦਾ ਜੀ ਉਹ ਇਹ ਹੈਗਾ ਕਿ ਸਿੱਧੂ ਸਾਹਿਬ ਇਹ ਕਹਿਣ ਬਤੌਰ ਹੈਸੀਅਤ ਪੰਜਾਬ ਕਾਂਗਰਸ ਪ੍ਰਧਾਨ ਕਿ ਜੀ ਕੈਪਟਨ ਅਮਰਿੰਦਰ ਸਾਡੇ 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣ, ਇਸ ਤੋਂ ਥੱਲੇ ਕੁਝ ਵੀ ਮਨਜ਼ੂਰ ਨਹੀਂ ਹੈ ਔਰ ਇਹਦੇ ਲਈ ਸਮਾਂ ਕਰੀਬ ਕੋਈ 2 ਮਹੀਨੇ ਦਾ ਸਮਾਂ, ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ, 15 ਦਿਨ ਲੇਟ ਵੀ ਹੋ ਸਕਦਾ ਹੈ। ਜੇ ਨਹੀਂ ਹੁੰਦਾ ਤਾਂ ਦੈਨ ਪਾਰਟੀ ਇਜ਼ ਹੈਡਿੰਗ ਫॉर ਸਪਲਿਟ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਔਰ ਉਹਦੇ ਚ ਕੈਪਟਨ ਸਾਹਿਬ ਵੱਲ ਕਿੰਨੇ ਬੰਦੇ ਜਾਂਦੇ ਆ ਤੇ ਇੱਧਰ ਕਿੰਨੇ ਰਹਿੰਦੇ ਹੈਗੇ ਇਹ ਉਦੋਂ ਪਤਾ ਲੱਗੂ, ਠੀਕ ਹੈ। ਲੇਕਿਨ ਮੇਰੀ ਜਿਹੜੀ ਹੈ ਰਾਜਨੀਤਿਕ ਸਮਝ ਹੈ, ਮੇਰੇ 30 ਸਾਲ ਦਾ ਜਿਹੜਾ ਮੇਰਾ ਪੱਤਰਕਾਰਤਾ ਦਾ ਕਰੀਅਰ ਹੈ, ਉਹ ਇਹ ਹੈਗਾ ਕਿ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਜਿਹੜਾ ਨੇਤਾ ਹੈ ਉਹ ਉਤੋਂ ਫੌਜੀ ਹੈ ਜੀ। ਹੁਣ ਸਿੱਧੂ ਸਾਹਿਬ ਇਹ ਤਾਂ ਆਪਣੇ ਸੁਭਾਅ ਤੋਂ ਮਜਬੂਰ ਹੈ ਨਾ, ਤੁਸੀਂ ਮੈਂ ਅਸੀਂ ਸਾਰੇ ਆਪਣੇ ਸੁਭਾਅ ਦੇ ਮੁਤਾਬਕ ਕਰਦੇ, ਜਿੰਨਾ ਮਰਜ਼ੀ ਅਸੀਂ ਆਪਣਾ ਇੱਕ ਮੁਲੰਮਾ ਚਾੜ ਲਈਏ ਕਿਤੇ ਨਾ ਕਿਤੇ ਅਸਲੀਅਤ ਸਾਡੀ ਆਉਂਦੀ। ਕੈਪਟਨ ਸਾਹਿਬ ਜਿਹੜੇ ਹੈਗੇ ਹੀ ਇਜ਼ ਅ ਫਾਈਟਰ, ਫੌਜੀ ਹੈ, ਠੀਕ ਹੈ ਜੀ। ਤੁਸੀਂ ਉਹਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਤੇ ਨਹੀਂ ਕਰਨਾ ਚਾਹੀਦਾ ਜੀ। ਮੇਰਾ ਇਹ ਮੰਨਣਾ ਸੀਗਾ ਇੱਕ ਪੱਤਰਕਾਰ ਦੇ ਹੈਸੀਅਤ ਨਾਲ, ਔਰ ਜਿਹੜੀ ਮੈਨੂੰ ਫੀਡਬੈਕ ਮਿਲੀ ਹੈ, ਜਿਹੜੇ ਤੁਸੀਂ ਕਹਿੰਦੇ ਆਪਾਂ ਸਮਝਦੇ ਨਾ ਕਿ ਇੰਨੇ ਲੋਕ, ਇੰਨੇ ਵਿਧਾਇਕ ਇੱਧਰ ਚਲੇ ਗਏ ਨੇ, MLA ਸਿੱਧੂ ਕੈਂਪ 'ਚ ਚਲੇ ਗਏ ਨੇ ਜੀ, ਤੇ ਇੰਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਾਂ ਦੂਜੇ ਤੀਜੇ ਅਹੁਦੇਦਾਰ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ, ਮੈਂ ਗੁਰਦਾਸਪੁਰ ਫੋਨ ਕੀਤਾ ਜੀ, ਮੈਂ ਗੁਰਦਾਸਪੁਰੋਂ ਇੱਕ ਯੰਗ ਕਾਂਗਰਸ ਲੀਡਰ ਨਾਲ ਪੁੱਛਿਆ, ਮੈਂ ਕਿਹਾ ਬਈ ਹਾਂ ਕਿਹੜੇ ਪਾਸੇ ਖੜੇ ਹੋ ਤੁਸੀਂ? ਕਹਿੰਦਾ ਜੀ ਕੀ ਮਤਲਬ? ਮੈਂ ਕਿਹਾ ਤੁਸੀਂ ਕੈਪਟਨ ਵਾਲੇ ਪਾਸੇ? ਇਹ 2 ਦਿਨ ਪਹਿਲਾਂ ਦੀ ਗੱਲ ਹੈ। ਕਹਿੰਦੇ ਜੀ ਕੈਪਟਨ ਵਾਲੇ ਪਾਸੇ। ਮੈਂ ਕਿਹਾ ਵੀ ਕੈਪਟਨ ਵਾਲੇ ਪਾਸੇ, ਲੇਕਿਨ ਹਵਾ ਤਾਂ ਜਿਹੜੀ ਉਹ ਸਾਰੀ ਦੀ ਸਾਰੀ ਸਿੱਧੂ ਸਾਹਿਬ ਵਾਲੇ ਪਾਸੇ ਹੈ। ਉਹਦਾ ਜਵਾਬ ਇਹ ਸੀਗਾ, ਮੈਂ ਵਰਬਿਟਮ ਉਹ ਦੁਹਰਾ ਰਿਹਾ ਉਹਦਾ ਜਵਾਬ, ਉਹ ਕਹਿੰਦਾ ਜਨਾਬ ਜੀ ਇਹਦਾ ਭਰੋਸਾ ਕੋਈ ਨਹੀਂ ਹੈਗਾ, ਸਿੱਧੂ ਸਾਹਿਬ ਕਿੱਧਰ ਚਲੇ ਜਾਣੇ ਕੱਲ ਨੂੰ। ਕੈਪਟਨ ਉਹਨਾਂ ਦੀਆਂ ਨਜ਼ਰਾਂ 'ਚ ਹਜੇ ਵੀ ਜਿਹੜੀ ਮੈਜੋਰਿਟੀ ਹੈ ਉਹ ਆਪਣਾ ਪਿਆਰ ਮੁਹੱਬਤ ਦਾ ਇਜ਼ਹਾਰ ਚਾਹੇ ਸਿੱਧੂ ਨਾਲ ਕਰ ਰਹੇ ਨੇ, ਅੰਦਰ ਖਾਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਹੈਗਾ ਕਿ ਕੈਪਟਨ ਅਮਰਿੰਦਰ ਦੀ ਇੱਕ ਕ੍ਰੈਡੀਬਿਲਿਟੀ ਹੈ ਜੀ, ਉਹਨਾਂ ਦੀ ਇੱਕ ਭਰੋਸੇਯੋਗਤਾ ਹੈ ਐਜ਼ ਅ ਪਾਰਟੀ ਲੀਡਰ। ਕਿਉਂਕਿ ਕੈਪਟਨ ਅਮਰਿੰਦਰ, ਰਮਨ ਤੁਸੀਂ ਦੇਖਿਆ ਜਾਵੇ ਤਾਂ ਸਾਨੂੰ 2014 ਤੋਂ ਜਦੋਂ ਮੋਦੀ ਦੀ ਲਹਿਰ ਸਿਖਰ ਤੇ ਸੀ ਜੀ, ਤੇ ਪੰਜਾਬ ਦੇ ਵਿੱਚ ਉਹਨੂੰ ਠੱਲ ਪਾਉਣ ਵਾਲਾ, ਉਹਨੂੰ ਖੁੰਡਾ ਕਰਨ ਵਾਲਾ ਜਿਹੜਾ ਲੀਡਰ ਸੀਗਾ ਉਹ ਕੈਪਟਨ ਅਮਰਿੰਦਰ ਸੀਗਾ। ਕੈਪਟਨ ਅਮਰਿੰਦਰ ਨੂੰ ਕਿਹਾ ਗਿਆ ਸੀਗਾ ਪਾਰਟੀ ਵੱਲੋਂ ਕਿ ਤੁਸੀਂ ਪਟਿਆਲਾ ਤੋਂ ਚੋਣ ਲੜਨੀ ਸੀ ਨਾ, ਲੋਕ ਉਹਨਾਂ ਨੂੰ ਕਿਹਾ ਗਿਆ ਤੁਸੀਂ ਅੰਮ੍ਰਿਤਸਰੋਂ ਲੜੋ। ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਕਿ ਪੂਰੀ ਦੀ ਪੂਰੀ ਅਕਾਲੀ ਸਰਕਾਰ ਸੀ ਅਤੇ BJP ਦੀ ਸਰਕਾਰ ਸੀ, ਪੂਰੀ ਸਰਕਾਰ ਇੱਥੋਂ ਤੱਕ ਕਿ ਅਮਿਤ ਸ਼ਾਹ ਵਰਗੇ ਜਿਹੜੇ BJP ਦੇ ਨੇਤਾ ਸੀਗੇ ਉਹ ਵੀ ਉੱਥੇ, ਉਹਨਾਂ ਨੇ ਜਿਹੜੀਆਂ ਰਿਪੋਰਟਾਂ ਮਿਲੀਆਂ ਹੈਗੀਆਂ ਉਹ ਉਹਨਾਂ ਨੇ ਉੱਥੇ ਸੀਕ੍ਰੇਟ ਵਿਜ਼ਿਟ ਕੀਤਾ ਸੀ, ਕਿਉਂਕਿ ਉਹਨਾਂ ਨੂੰ ਅਰੁਣ ਜੇਤਲੀ ਜਿਹੜੇ ਨੰਬਰ 3 ਬਾਅਦ 'ਚ ਹੋਏ ਨੇ ਪਾਵਰ ਸੈਂਟਰ ਗਵਰਨਮੈਂਟ ਦੇ BJP ਦੇ, ਉਹਨਾਂ ਨੂੰ ਹਰਾਇਆ 1 ਲੱਖ ਵੋਟਾਂ ਦੇ ਨਾਲ। ਇਹ ਅਮਰਿੰਦਰ ਸਿੰਘ ਹੀ ਕਰ ਸਕਦਾ। ਮੈਂ ਹੁਣ ਦੇਖ ਰਿਹਾ ਸੀਗਾ ਕਿ ਸਾਲ 2004 ਦੇ ਵਿੱਚ ਜਦੋਂ ਪਹਿਲੀ ਵਾਰੀ ਵਾਜਪਾਈ ਜੀ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਜੀ ਰਾਜਨੀਤੀ 'ਚ ਆਏ ਸੀਗੇ, ਤਾਂ ਇਹਨਾਂ ਨੇ 2004 'ਚ ਕੋਈ 1 ਲੱਖ ਤੋਂ ਵੱਧ ਵੋਟਾਂ ਦੇ ਨਾਲ ਹਰਾਇਆ ਸੀਗਾ। ਰਘੁਨੰਦਰ ਲਾਲ ਭਾਟੀਆ ਹੁੰਦੇ ਸੀਗੇ ਉਦੋਂ, ਬਹੁਤ ਵੱਡੇ ਕਦਾਵਰ ਨੇਤਾ ਸੀਗੇ, ਕਿੰਨੇ ਵਾਰੀ ਉਹ ਅੰਮ੍ਰਿਤਸਰ ਲੋਕ ਸਭਾ ਤੋਂ ਜਿੱਤੇ। 2004 ਦੀ ਗੱਲ। ਤੇ ਉਸ ਤੋਂ ਬਾਅਦ ਜਿਹੜਾ 2009 ਦਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਇਆ, ਸਿੱਧੂ ਸਾਹਿਬ ਜਦੋਂ ਹੋਇਆ, ਤੇ ਜਿਹੜੀ ਮੈਂ ਨੈਟ ਦੇ ਉੱਤੇ ਮੈਨੂੰ ਮਿਲਿਆ ਹੈਗਾ ਉਹ ਸੀਗਾ ਕਿ ਇਹ 7332 ਵੋਟਾਂ ਦੇ ਨਾਲ ਇਹਨਾਂ ਨੇ OP ਸੋਨੀ ਜਿਹੜੇ ਹੁਣ ਕਾਂਗਰਸ ਦੇ ਉਹਨਾਂ ਨੂੰ ਹਰਾਇਆ ਸੀਗਾ। 1 ਲੱਖ ਤੋਂ 7000 ਤੱਕ ਇਹਨਾਂ ਦਾ ਵੋਟਾਂ ਦਾ ਗ੍ਰਾਫ ਥੱਲੇ ਆ ਗਿਆ ਸੀਗਾ 2009 ਤੱਕ ਹੈਗਾ, ਠੀਕ ਹੈ ਜੀ। ਔਰ ਦੂਜੇ ਬੱਚੇ ਇਹ 7332 ਨਾਲ ਜਿੱਤੇ ਹੈ, ਤੇ ਨਾਲ ਦੀ ਗੁਆਂਢੀ ਜਿਹੜੀ ਸੀਟ ਸੀਗੀ ਗੁਰਦਾਸਪੁਰ ਦੀ, ਉੱਥੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਹੁਣ ਕੰਟੈਂਡਰ ਸੀਗੇ ਆਪਣੇ ਇਹਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਦੇ, ਔਰ ਉਹ ਚੀਫ ਮਿਨਿਸਟਰ ਵੀ ਬਣਨਾ ਚਾਹੁੰਦੇ ਨੇ, ਠੀਕ ਹੈ ਜੀ। ਉਹ 8359 ਵੋਟਾਂ ਨਾਲ ਜਿੱਤੇ ਸੀ, ਯਾਨੀ ਕਿ ਉਹਨਾਂ ਦੀਆਂ ਮਾਰਜਨ ਸਿੱਧੂ ਸਾਹਿਬ ਨਾਲੋਂ ਜ਼ਿਆਦਾ ਸੀਗਾ ਜੀ ਜੀ। ਤਾਂ ਇਹ ਤੁਸੀਂ ਦੇਖੋ ਕਿ ਲਗਾਤਾਰ ਜੇ ਆਪਾਂ 2017 ਦਾ ਜੇ ਆਪਾਂ ਦੇਖ ਲਈਏ ਅਸੈਂਬਲੀ ਦਾ, ਤਾਂ ਇਹ 42000 ਵੋਟਾਂ ਦੇ ਨਾਲ ਅੰਮ੍ਰਿਤਸਰ ਈਸਟ ਤੋਂ ਜਿੱਤੇ ਸੀਗੇ ਸਿੱਧੂ ਸਾਹਿਬ। ਤੇ ਸਿੱਧੂ ਸਾਹਿਬ ਦਾ ਐਡਾ ਵੱਡਾ ਕੱਦ, ਐਡੀ ਵੱਡੀ ਸੈਲੀਬ੍ਰਿਟੀ 42000 ਨਾਲ,
ਆ ਲੁਧਿਆਣੇ ਦੇ ਵਿੱਚ ਜਿਹੜੇ ਹੁਣ ਕੈਬਨਿਟ ਮਿਨਿਸਟਰ ਭਾਰਤ ਭੂਸ਼ਣ ਆਸ਼ੂ, ਉਹ 2012 ਚ ਜਦੋਂ ਕਿ ਪੂਰੀ ਮਤਲਬ ਵੀ ਕਾਂਗਰਸ ਹਾਰ ਗਈ ਸੀ, ਬਣਾ ਨਹੀਂ ਸਕੀ, ਅਕਾਲੀ ਦੁਬਾਰਾ ਆਏ ਸੀ, ਉਦੋਂ 35,000 ਵੋਟਾਂ ਨਾਲ ਜਿੱਤਿਆ ਸੀ ਬੰਦਾ ਉਸ ਵੇਲੇ ਆਸ਼ੂ। ਜੀ ਤੇ ਇਹ 2017 ਚ 32,000 ਵੋਟ, ਕਿੰਨਾ ਕੁ ਫਰਕ ਹੈ। ਆਸ਼ੂ ਤਾਂ ਲੋਕਲ ਲੀਡਰ, ਉਹ ਸੈਲੀਬ੍ਰਿਟੀ ਸਿਰਫ 42,000 ਵੋਟਾਂ ਦੇ ਨਾਲ। तो मेरा कहने का भाव यह है कि लगातार सिद्धू साहब का ग्राफ जिहड़ा हैगा ना, सिद्धू साहब ये वोट एक क्राउड पुलर तो हो सकते हैं, पर मैनू इन्हां दे वोट कैचर होने के उत्ते शुभ है, ठीक है जी। और हुण तक तो यही दिखाया गया है, और वोट क्राउड तो आई 2009 दे विच पूरे हिंदुस्तान च कांग्रेस के हक च प्रचार किया सी इन्हां ने जी, ते कांग्रेस हार गई। अमेठी च भी कांग्रेस हार गई इन्हां दे प्रचार के बावजूद, और पंजाब दी सिर्फ 2 सीटां सीगां 2019 च, बठिंडा ते गुरदासपुर जिथे इन्हां ने अपनी शक्ल दिखाई सीगी, तो दोवां थावां ते कांग्रेस हार गई सी जी। इस करके इन्हां दी जमीन थल्ले मैनू नहीं लगता हैगी सी, और लगातार खिसकदी जा रही सीगी, और ज्यादातर ट्विटर ते रहे ने, आसमान च रहे ने, ग्राउंड दे उत्ते नहीं रहेगी, ठीक है जी। और जिहड़े कैप्टन मेरा आखिरी सवाल जिहड़ा तुहानूं हैगा जे असीं ये भुल भी जाइए क्योंकि समा जिहड़ा बहुत घट बचे, मैं संखेप दे विच तुहाडे तों जवाब चाहुंदी हां दा कि जे असीं ये भुल जाइए इन्हां दी आपसी खाना जंगी नूं, सब कासे नूं मनफी करके जे कारगुजारी ते आइए तो पिछले 4.5 पौने 5 साल दे विचों कारगुजारी के आधार पर बेअदबी मामले नूं लैके भावें सिद्धू साहब ने आपदी सरकार नूं घेरिया, पर एक क्वेश्चन उत्थे उत्थे खड़े नहीं, चाहे हुण इस वेले हर तबका जिहड़ा सड़कां दे उत्ते बैठा होया है, जो वादे कीते गए सी, चाहे गुटका साहिब नूं हाथ दे विच लैके बेअदबी मामले दोषियों नूं लैके SIT रद्द कर देनी नवीं, सब कह रहे हैं कि असल दे विच बादल ही राज कर रहे ने, सिर्फ सामने कुर्सी ते बैठे कैप्टन साहब दिख रहे ने। सो कारगुजारी दे मद्देनज़र लोकां दे विच तुहानूं की लग रहा है कि 2022 दे विच लोक इन्हां नूं मौका देणगे, या जिन्ना गुस्सा BJP दे लई उन्ना गुस्सा दिख रहा पंजाब दे विच लोकां दे दिलां च इन्हां दे लई? रमन जी 2022 च मौका देणगे नहीं देणगे, मैं फिर दोहरा दूंगा कि मैं हुण इस बारे कोई भविष्यवाणी नहीं कर सकदा, क्योंकि मैं कोई ज्योतिषी नहीं हैगा, लेकिन एक रॉ जिन्हों कहने ना, एक मूड जिहड़ा हैगा, पॉपूलर मूड जिहड़ा हैगा, लोकां दा मूड हैगा, वो सानू मिलदा, क्योंकि असीं भी रहने हैगे आ। मैं जे पत्रकार हाँ तो मैं नाल दी नाल एक नागरिक भी तो हैगा ना, मैं भी उन्ना ही अफेक्टेड हैगा इन्हां सारियां गल्लां तो, किसी भी सरकार दी परफॉर्मेंस तो। पहली गल तो एक आपां गल समझ लईए कि ये जिहड़ा हैगा ना जी, बादल रले होए ने ते रले होए ने कैप्टन अमरिंदर, ये अज दा रौला नहीं हैगा, ये बड़ा पुराना रौला है। सन 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਨੇ ਜ਼ੋਰ ਸ਼ੋਰ ਨੇ ਇਸ ਗੱਲ ਨੂੰ ਪ੍ਰਚਾਰਿਆ ਸੀਗਾ ਕਿ ਜੀ ਇਹ ਰਲੇ ਹੋਏ ਨੇ, ਲੇਕਿਨ ਲੋਕਾਂ ਨੇ ਇਸ ਚੀਜ਼ ਨੂੰ ਰੱਦ ਕਰਤਾ, ਮੁੱਢੋਂ ਹੀ ਕਾਂਗਰਸ ਨੂੰ 75 ਸੀਟਾਂ ਦਵਾ, ਠੀਕ ਹੈ ਜੀ। ਲੋਕਾਂ ਨੇ ਇਸ ਚੀਜ਼ ਨੂੰ ਬਾਏ ਨਹੀਂ ਕੀਤਾ, ਅੰਗਰੇਜ਼ੀ ਚ ਕਹੀਏ, ਠੀਕ ਹੈ ਜੀ। ਤੇ ਇੱਕ ਜਮਹੂਰੀਅਤ ਦੇ ਵਿੱਚ ਲੋਕਾਂ ਦੀ ਜਿਹੜੀ ਫੈਸਲਾ ਹੈਗਾ ਉਹ ਸਭ ਤੋਂ उत्ते हैगा। हुण आ जाओ कि चलो तुहानूं मिल गया, उदों तो रिजेक्ट करता, हुण यही एलीगेशन हजे भी हो रहा हैगा। हुण ये अपने कोल 3-4 मुद्दे है जिहड़े इन्हां ने सिद्धू साहब ने भी उभारे है, सिद्धू साहब ने उही मुद्दे उभारे हैगे ने जिहड़े ओपोजिशन उभार रही है, ठीक है जी। एक तो बेअदबी वाला बहुत सेंसिटिव है, बड़ा संवेदनशील इशू है, ठीक है, लेकिन सानू ना इहदे बारे एक तफसील च गल करन दी, मेरा ख्याल है मैं थोड़े समय च इहदे नाल न्याय नहीं कर पाऊंगा। ये मामला जिहड़ा हैगा इहदे लई एक डिटेल्ड एक तुसीं जे टॉक करोगे रेंज ते मैं इहदे ते बिल्कुल विस्तार ना रख सकूंगा। बहुत कुछ मिस रिपोर्ट होया हैगा, हले भी तुसीं देखो कि एक 6 महीने पए ने हले, ठीक है जी। ये मसले इहो जे नहीं हुंदेगे, ज्यादातर जिहड़ी हैगी है, मैं सन 2017 ਦੇ ਵਿੱਚ ਜਿਹੜਾ ਪਹਿਲਾ ਬਜਟ ਇਜਲਾਸ ਹੋਇਆ ਸੀਗਾ ਪੰਜਾਬ ਵਿਧਾਨ ਸਭਾ ਦਾ, ਜਦੋਂ ਕਾਂਗਰਸ ਦੀ ਸਰਕਾਰ ਬਣੀ ਆ, ਮੈਂ ਉਹ ਬਜਟ ਇਜਲਾਸ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਮੈਂ ਕਵਰ ਕੀਤਾ ਸੀਗਾ, ਠੀਕ ਹੈ ਜੀ। ਉੱਥੇ ਇੱਕੋ ਗੱਲ ਸੀਗੀ ਬਈ ਇਹ ਪਹਿਲੇ ਦਿਨੋਂ ਹੀ ਕਿ ਜੀ ਤੁਸੀਂ ਕਿਸਾਨਾਂ ਦੇ ਕਰਜ਼ੇ ਜਿਹੜੇ ਹੈਗੇ ਉਹ ਮਾਫ ਨਹੀਂ, ਹਜੇ ਉਹ ਸੁਖਬੀਰ ਆਪਣਾ ਮਨਪ੍ਰੀਤ ਬਾਦਲ ਬੋਲਣ ਹੀ ਲੱਗੇ ਸੀਗੇ ਤਾਂ ਆਪੋਜੀਸ਼ਨ ਖੜੀ ਹੋ ਗਈ, ਤਾਂ ਉਹਨਾਂ ਨੇ ਜੀ ਵਰਕੇ ਪਾੜ ਤੇ ਜੀ ਕਰ ਜੋ ਵੀ ਕਰਦੇ ਹੁੰਦੇ ਹੈ ਉਹ ਕਰ ਦਿੱਤਾ, ਠੀਕ ਹੈ। ਜਿਹੜਾ ਬੇਅਦਬੀ ਦਾ ਮਸਲਾ ਹੈਗਾ ਇਹ ਇਹੋ ਜਿਹਾ ਮਸਲਾ ਨਹੀਂ ਹੈ ਵੀ ਇਹਨੂੰ ਤੁਸੀਂ ਜਿਹਨੂੰ ਆਓ ਜੀ ਚੱਕ ਕੇ ਇਹਨੂੰ ਅੰਦਰ ਕਰ ਦਿਓ ਜੀ, ਇੱਕ ਇਹੀ ਚੱਲ ਰਿਹਾ ਵੀ ਇਹਨਾਂ ਤੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾਂਗੇ, ਬਾਦਲ ਜਿਹੜੇ ਹੈਗੇ ਉਹਨਾਂ ਤੇ ਇਲਜ਼ਾਮ ਲਾ ਲਵੇ, ਉਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ ਜਾ ਰਿਹਾ। ਬਈ ਇੱਕ ਕੋਈ ਕਾਨੂੰਨ ਨਾਂ ਦੀ ਕੋਈ ਚੀਜ਼ ਹੁੰਦੀ ਹੈ ਨਾ, ਚਾਹੇ ਦੋਸ਼ੀ ਹੈਗੇ ਨੇ ਚਾਹੇ ਕੁਛ ਨੇ,
ਪ੍ਰਕਿਰਿਆ ਤੁਹਾਨੂੰ ਜ਼ਰੂਰ ਅਪਣਾਉਣੀ ਪਊਗੀ ਹੂੰ ਉਹ ਦੇ ਮੁਤਾਬਕ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ ਕਿ ਪੁਲਿਸ ਹੈ, ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰਦੀ, ਉਸ ਤੋਂ ਬਾਅਦ ਕਿੱਥੇ ਜਾਂਦਾ ਮਾਮਲਾ? ਅਦਾਲਤ 'ਚ ਜਾਂਦਾ। ਠੀਕ ਹੈ, ਹੁਣ ਪੁਲਿਸ ਨੇ, ਤੁਸੀਂ ਮਜ਼ੇ ਦੀ ਗੱਲ ਦੇਖੋ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਬਾਰੇ ਸਾਰੇ ਕਹਿੰਦੇ ਹੈਗੇ ਕਿ ਉਹਨਾਂ ਨੇ ਤਫਤੀਸ਼ ਜਿਹੜੀ ਬਹੁਤ ਸਹੀ ਕੀਤੀ, ਬਿਲਕੁਲ, ਉਹ ਤਫਤੀਸ਼ ਕਿਤੇ ਰਹਿੰਦਿਆਂ ਕੀਤੀ? ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀਗੇ, ਕੈਪਟਨ ਅਮਰਿੰਦਰ ਦੇ ਕੋਲੇ ਗ੍ਰਹਿ ਵਿਭਾਗ ਹੈ ਜਿਹਦੇ ਤਹਿਤ ਉਹ ਉੱਥੇ ਸਿੱਟ ਜਿਹੜੀ ਬਣਾਈ ਗਈ ਔਰ ਜਿਹਦੇ ਉਹ ਮੁਖੀ ਥਾਪੇ ਗਏ। ਹੁਣ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਉਹ ਨਹੀਂ ਨਾ ਥਾਪਿਆ ਜਾ ਸਕਦਾ ਹੈਗਾ। ਜੀ 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 ਉਹ ਜਿਹੜੀ ਸਾਰੀ ਦੀ ਸਾਰੀ ਹੈਗੀ ਹੈ ਰਿਪੋਰਟ ਹੈ, ਜਿਹੜੀ ਤਕਰੀਬਨ ਜਨਤਕ ਹੈ, ਉਹਦੇ ਵਿੱਚ ਕਿਤੇ ਵੀ ਨਹੀਂ ਲੱਗਦਾ ਹੈਗਾ ਕਿ ਵੀ ਉਹ ਕੁਛ ਏਦਾਂ ਦਾ ਸਾਹਮਣੇ ਨਹੀਂ ਆ ਰਿਹਾ ਹੈਗਾ। ਬਲਕਿ ਕੁੰਵਰ ਵਿਜੇ ਪ੍ਰਤਾਪ ਤਾਂ ਉਹ ਗੁੱਸੇ 'ਚ ਨੌਕਰੀ ਛੱਡ ਗਏ ਕਿ ਮੇਰੀ ਤਫਤੀਸ਼ ਬਿਲਕੁਲ ਸਹੀ ਸੀਗੀ, ਮੈਂ ਕਿਸੇ ਨੂੰ ਉਹ ਨਹੀਂ ਕੀਤਾ ਸੀਗਾ, ਵੀ ਬੇਲ ਆਊਟ ਨਹੀਂ ਸੀ ਕਰ ਰਿਹਾ, ਕਿਸੇ ਦਾ ਬਚਾਅ ਨਹੀਂ ਸੀ ਕਰ ਰਿਹਾ। ਲੇਕਿਨ ਅਦਾਲਤ ਦੇ ਵਿੱਚ ਹੋ ਗਿਆ, ਅਦਾਲਤ ਨੇ ਫੈਸਲਾ ਕੀਤਾ ਕਿ ਜੀ ਨਵੀਂ ਸਿੱਟ ਬਣਾਓ, ਉਹਨਾਂ ਨੇ ਨਵੀਂ ਸਿੱਟ ਬਣਾ ਦਿੱਤੀ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹੁਣ ਜਿਹੜੀਆਂ 2 ਬਣੀਆਂ ਹੋਈਆਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਜਿਹੜੀਆਂ ਹੈਗੀਆਂ, ਉਹਦੇ 'ਚ ਉਹਨਾਂ ਨੇ ਕੋਈ ਬੰਦੇ ਗ੍ਰਿਫਤਾਰ ਵੀ ਕੀਤੇ। ਸੋ ਇੱਕ ਪ੍ਰਕਿਰਿਆ ਹੈ, ਠੀਕ ਹੈ ਜੀ। ਉਹਦੇ 'ਚ ਮੈਨੂੰ ਲੱਗਦਾ ਕਿ ਇੱਕ ਤਾਂ ਹੁੰਦੇ ਜਾਣਕਾਰ ਜਿਨ੍ਹਾਂ ਨੂੰ ਪਤਾ ਹੈ ਸਾਰੀਆਂ ਚੀਜ਼ਾਂ ਦਾ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ 'ਚ ਨਹੀਂ ਹੁੰਦੇ, ਲੋਕ ਇੰਨੀ ਬਰੀਕੀ ਦੇ ਨਾਲ ਨਹੀਂ, ਉਹਨਾਂ ਵਾਸਤੇ ਤਾਂ ਹੁੰਦਾ ਕਿ ਭਾਈ ਇਹ ਕੀਤਾ ਜਾਵੇ, ਫੈਸਲਾ ਹੋਣਾ ਚਾਹੀਦਾ, ਔਰ ਹੋਣਾ ਚਾਹੀਦਾ ਵੀ ਹੈਗਾ। ਕਿਉਂ ਨਹੀਂ ਹੋਣਾ ਚਾਹੀਦਾ? ਉਹ ਜਿਹੜਾ ਹੈਗਾ ਇਹ ਆਪਾਂ ਵੱਖਰੇ ਕਿਸੇ ਵੇਲੇ ਕਰ ਲਵਾਂਗੇ, ਲੇਕਿਨ ਮੁੱਦਾ ਜ਼ਰੂਰ ਹੈਗਾ ਹੈ। ਔਰ ਇਸ ਮੁੱਦੇ ਨੂੰ ਇਹ ਬੜਾ ਰਾਸ ਆਉਂਦਾ ਹੈਗਾ, ਕਿਉਂਕਿ ਪੰਜਾਬ ਦੀ ਬਹੁਤ ਗਿਣਤੀ ਜਿਹੜੀ ਪਾਪੂਲੇਸ਼ਨ ਹੈ, ਸਿੱਖ ਪਾਪੂਲੇਸ਼ਨ ਹੈ, ਉਹਨਾਂ ਦੇ ਇਹ ਹਿਰਦੇ ਨਾਲ ਜੁੜੀ ਹੋਈ ਗੱਲ ਹੈ। ਨਾਟ ਓਨਲੀ ਨਾ ਸਿਰਫ ਸਿੱਖ ਕਮਿਊਨਿਟੀ, ਬਲਕਿ ਜਿਹੜੇ ਗੈਰ ਸਿੱਖ ਵੀ ਵਸਦੇ ਆ ਪੰਜਾਬ ਦੇ ਵਿੱਚ, ਉਹਨਾਂ ਵਾਸਤੇ ਵੀ ਇਹ ਬਹੁਤ ਮਤਲਬ ਸੰਵੇਦਨਸ਼ੀਲ ਮੁੱਦਾ ਹੈਗਾ। ਮੈਨੂੰ ਜੇ ਜ਼ਾਤੀ ਤੌਰ ਤੇ ਪੁੱਛੋ, ਮੇਰੇ ਲਈ ਵੀ ਬੜਾ ਸੰਵੇਦਨਸ਼ੀਲ ਮੁੱਦਾ ਹੈ ਕਿ ਇਹਦੇ 'ਚ ਨਿਆਂ ਹੋਣਾ ਚਾਹੀਦਾ ਹੈਗਾ। ਪਰ ਸਵਾਲ ਹੈਗਾ ਕਿ ਨਿਆਂ ਤਾਂ ਹੋਣਾ ਚਾਹੀਦਾ ਹੈ, ਲੇਕਿਨ ਤੁਸੀਂ ਡਿਮਾਂਡ ਕਿਹੜੇ ਮਫਾਦ ਨਾਲ ਕਰ ਰਹੇ ਹੋ? ਤੁਹਾਡਾ ਕੀ ਇੰਟਰਸਟ ਹੈਗਾ ਇਸ ਤੋਂ ਨਾ? ਜਾਂ ਤਾਂ ਤੁਸੀਂ ਕਰੋ ਇਸ ਕਰਕੇ ਵੀ ਇਹ ਹੋਣਾ ਚਾਹੀਦਾ, ਤਾਂ ਉੱਥੇ ਜਾ ਕੇ ਥੋੜਾ ਜਿਹਾ ਗੜਬੜ ਹੁੰਦੀ ਹੈ। ਔਰ ਖਾਸ ਕਰਕੇ ਸਿੱਧੂ ਸਾਹਿਬ ਨੂੰ ਮੈਨੂੰ ਲੱਗਦਾ ਹੈ, ਮੈਂ ਸਿੱਧੂ ਸਾਹਿਬ ਦੇ ਹਵਾਲੇ ਦੇ ਨਾਲ ਗੱਲ ਕਰ ਰਿਹਾ ਤੁਹਾਡੇ ਨਾਲ, ਜਿਹੜੀ ਹੁਣ ਕਰ ਰਿਹਾ, ਜਨਰਲ ਗੱਲ ਨਹੀਂ ਕਰ ਰਿਹਾ। ਸਿੱਧੂ ਸਾਹਿਬ ਕਹਿੰਦੇ ਜੀ ਬੇਅਦਬੀ ਹੋਈ ਹੈ, ਬਿਲਕੁਲ ਠੀਕ ਹੈ, ਹੋਈ ਹੈ। ਤੇ ਹੁਣ ਜੇ ਸਿੱਧੂ ਸਾਹਿਬ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਸਭ ਤੋਂ ਵੱਡਾ ਸਿੱਖ ਹੈਗਾ, ਤਾਂ ਫਿਰ ਇਹ ਵੀ ਗੱਲ ਦੇਖਣੀ ਪਊਗੀ ਕਿ ਸਿੱਧੂ ਸਾਹਿਬ ਦੀਆਂ ਸਾਰੀਆਂ ਵੀਡੀਓਜ਼ ਪਬਲਿਕ ਡੋਮੇਨ 'ਚ ਹੈ ਕਿ ਜਦੋਂ ਰਾਧੇ ਮਾਂ, ਆਸਾਰਾਮ ਬਾਪੂ ਜੀ, ਰਾਮ ਰਹੀਮ ਜੀ, ਇਹ ਜਿਹੜੀਆਂ ਆਈਆਂ ਹੋਈਆਂ ਉੱਥੇ ਗਏ ਨੇ, ਮੇਰਾ ਖਿਆਲ ਹੈ ਵੀ ਹੁਣ ਲੋਕ ਉਹ ਵੀ ਤਾਂ ਦੇਖ ਹੀ ਰਹੇ ਨੇ। ਆਪਣਾ ਉਹਨਾਂ ਨੇ ਖੜੇ ਹੋਏ ਨੇ। ਕਹਿਣਾ ਬਹੁਤ ਸੌਖਾ, ਅੰਗਰੇਜ਼ੀ ਦੀ ਕਹਾਵਤ ਹੈ, ਇਟ ਇਜ਼ ਆਲਵੇਜ਼ ਈਜ਼ੀਅਰ ਸੈਡ ਦੈਨ ਡਨ। ਜੀ, ਕਹਿਣਾ ਸੌਖਾ ਹੁੰਦਾ, ਕਰਨਾ ਬੜਾ ਔਖਾ ਹੁੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਇਹਨਾਂ ਦੀ ਇੱਕ ਕਾਬਲੀਅਤ ਦਾ ਇੱਕ ਕੀ ਕਹਿੰਦੇ ਆ ਟੈਸਟ ਹੋਊਗਾ। ਠੀਕ ਹੈ ਜੀ। ਔਰ ਬਾਕੀ ਜਿਹੜੀ ਆ ਉਹ ਗੱਲ ਤੁਹਾਡੇ ਨਾਲ ਕਰ ਹੀ ਦਿੱਤੀ ਹੈਗੀ ਹੈ ਕਿ ਅੱਜ ਹੀ ਮੇਰੀ ਗੱਲ ਹੋਈ ਹੈ। ਮੈਂ ਇਹੀ ਪੁੱਛਿਆ ਸੀਗਾ, ਹੁਣ 23 ਤਰੀਕ ਨੂੰ ਉਹਨਾਂ ਦੀ ਰਸਮੀ ਤੌਰ ਤੇ ਉਹਨਾਂ ਦੀ ਤਾਜਪੋਸ਼ੀ ਹੈ, ਜਦੋਂ ਉਹਦਾ ਗ੍ਰਹਿਣ ਕਰਨਗੇ ਕਾਂਗਰਸ ਭਵਨ ਦੇ ਵਿੱਚ। ਲੇਕਿਨ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕੌਣ ਕਰ ਰਿਹਾ ਹੈਗਾ, ਨਿਯੋਤਾ ਕੌਣ ਭੇਜ ਰਿਹਾ? ਕੁਲਜੀਤ ਸਿੰਘ ਨਾਗਰਾ, ਜਿਹੜਾ ਕਿ ਵਰਕਿੰਗ ਪ੍ਰੈਜ਼ੀਡੈਂਟ ਹੈ, ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਨਹੀਂ ਗਿਆ ਹੈਗਾ। ਤਾਂ ਉੱਥੋਂ ਲੱਗਦਾ ਹੈਗਾ, ਔਰ ਮੈਂ ਜਿੰਨਿਆਂ ਨਾਲ ਗੱਲ ਕੀਤੀ ਅੱਜ ਕਾਂਗਰਸ ਦੇ ਵਿੱਚ ਅੰਦਰ, ਉਹ ਕਹਿੰਦੇ ਜੀ ਸ਼ਾਮ ਤੱਕ ਪਤਾ ਲੱਗੂਗਾ ਵੀ ਹੁਣ ਕੈਪਟਨ ਸਾਹਿਬ ਉਸ ਤਾਜਪੋਸ਼ੀ ਦੀ ਰਸਮ ਨੂੰ ਅਟੈਂਡ ਕਰਨਗੇ ਵੀ ਕਿ ਨਹੀਂ ਕਰਨਗੇ। ਉਹਨਾਂ ਦਾ ਮਸਲਾ ਹੈ, ਪਰ ਮੈਨੂੰ ਲੱਗਦਾ ਨਹੀਂ ਉਹ ਕਰਨਗੇ। ਹਾਲਾਤ ਜਿਹੜੇ ਆ ਐਡੀ ਦੂਰ ਤੱਕ ਚਲੇ ਗਏ। ਬਹੁਤ ਸਾਰੀਆਂ ਗੱਲਾਂ ਜਿਹਦੇ ਲਈ ਦੁਬਾਰਾ ਤੋਂ ਸਾਡੀ ਕੋਸ਼ਿਸ਼ ਰਹੂਗੀ ਕਿ ਤੁਹਾਡੇ ਨਾਲ ਬੈਠ ਕੇ ਚਰਚਾ ਕਰੀਏ। ਹਾਲ ਦੀ ਘੜੀ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ। ਸੋ ਨਵਜੋਤ ਸਿੱਧੂ ਨੂੰ ਲੈ ਕੇ ਅਸੀਂ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਜੀ ਦੇ ਨਾਲ ਗੱਲਬਾਤ ਕੀਤੀ ਤੇ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋਏ ਆ ਤੇ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਨਵਜੋਤ ਸਿੰਘ ਸਿੱਧੂ ਘੇਰ ਰਹੇ ਸੀ ਤੇ ਹਾਲ ਦੀ ਘੜੀ ਹਾਈਕਮਾਨ ਨੇ ਉਹਨਾਂ ਦੇ ਵੀ ਹੱਥ 'ਚ ਬੜਾ ਵੱਡਾ ਅਹੁਦਾ ਦੇ ਦਿੱਤਾ। ਸੋ ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜੇ ਵਾਅਦੇ ਰਹਿ ਗਏ ਆ ਜਿਹਦੇ ਕਰਕੇ ਲੋਕ ਜਿਹੜੇ ਆ ਕਾਂਗਰਸ ਤੋਂ ਨਿਰਾਸ਼ ਆ, ਕਿ ਹੁਣ ਸਿੱਧੂ ਸਾਹਿਬ ਆਪਣੀਆਂ ਖਾਸ ਕੋਸ਼ਿਸ਼ਾਂ ਦੇ ਨਾਲ ਰਹਿੰਦੇ ਜਿਹੜੇ ਕਾਰਜਕਾਲ 'ਚ ਪੂਰੇ ਕਰਦੇ ਆ ਜਾਂ ਨਹੀਂ ਕਰਦੇ। ਜੀ ਰਮਨ ਜੀ, ਮੈਂ ਸਿਰਫ ਇੱਕ ਲਾਈਨ ਜਿਹੜੀ ਹੈ ਉਹ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਦੇ ਤੇ ਵੀ ਤੁਸੀਂ ਬਕਾਇਦਾ ਅਲੱਗ ਤੋਂ ਵੀ ਕਰ ਸਕਦੇ ਹੋ। ਇਹਦੇ ਤੇ ਮੈਂ ਵਿਸਥਾਰ ਨਾਲ ਅੱਧਾ ਘੰਟਾ ਤੁਹਾਡੇ ਨਾਲ ਗੱਲ ਕਰ ਸਕਦਾ ਕਿ ਇਹ ਜਿਹੜਾ ਸਿੱਧੂ ਸਾਹਿਬ ਨੂੰ ਬੁਲਾਉਣਾ, ਕੈਪਟਨ ਸਾਹਿਬ, ਉਮਰ ਦਾ ਤਕਾਜ਼ਾ ਹੈ, ਸਭ ਕੁਛ ਹੈ, ਪੁਰਾਣਿਆਂ ਨੇ ਨਵਿਆਂ ਨੂੰ ਥਾਂ ਦੇਣੀ ਹੁੰਦੀ ਹੈ।
ਪਰ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਨਵਿਆਂ ਨੂੰ ਅਗਾਹ ਕੀਤਾ ਹੈ, ਉਹ ਤਰੀਕਾ ਨਹੀਂ ਠੀਕ ਹੈ, ਉਹ ਤਰੀਕਾ ਗਲਤ ਹੈਗਾ ਜੀ। ਏਦਾਂ ਨਹੀਂ ਕਰਨਾ ਚਾਹੀਦਾ। ਉਸ ਨੇਤਾ ਨੇ ਜਿਹਨੇ ਕਾਂਗਰਸ ਦੀ ਰਿਵਾਈਵਲ ਕੀਤੀ ਹਿੰਦੁਸਤਾਨ ਦੇ ਵਿੱਚ 2017 ਚ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਵੋਟਾਂ ਪਈਆਂ। ਰਾਹੁਲ ਗਾਂਧੀ ਦੀਆਂ ਰੈਲੀਆਂ ਕਰਕੇ ਨਹੀਂ ਪੰਜਾਬ ਚ ਕਾਂਗਰਸ ਜਿੱਤੀ, ਸੋਨੀਆ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਕਰਕੇ ਨਹੀਂ ਜਿੱਤੀ, ਕੈਪਟਨ ਅਮਰਿੰਦਰ ਦੇ ਕਰਕੇ। ਇਹ ਮੰਨਣਾ ਪਏਗਾ ਇਹ ਕੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਇਦਾਂ ਦੀਆਂ ਹੋਰ ਚਰਚਾਵਾਂ ਦੇ ਲਈ ਤੁਸੀਂ ਜੁੜੇ ਰਹੋ ਔਨ 에ਅਰ ਦੇ ਨਾਲ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ।